ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗਗਨਦੀਪ ਸਿੰਘ ਅਨੰਦਪੁਰੀ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦਾ ਸ਼ੋਅ ਗੁੱਡ ਮਾਰਨਿੰਗ ਸੰਗਤ ਲਾਈਵ ਪ੍ਰੋਗਰਾਮ। ਤੇ ਇਸ ਪ੍ਰੋਗਰਾਮ ਦੇ ਵਿੱਚ तमाम ਦਰਸ਼ਕਾਂ ਦਾ, ਵਿਊਵਰਸ ਦਾ, ਦੇਸ਼ ਵਿਦੇਸ਼ ਬੈਠੇ ਸੰਗਤਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਤੇ ਪਿਆਰ ਸਤਿਕਾਰ ਦੇ ਨਾਲ ਮੈਂ ਫਤਿਹ ਅਰਜ਼ ਕਰਦਾ। ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ ਤੇ ਗੱਲਾਂ ਬਾਤਾਂ ਦੀ ਸਾਂਝ ਪਾਈਏ ਤੇ ਤੁਸੀਂ ਵੀ ਜਿਹੜਾ ਆ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਜਿਹੜਾ ਆ ਸਾਡੇ ਨਾਲ ਤੁਸੀਂ ਜਦੋਂ ਅਸੀਂ ਇਤਿਹਾਸ ਸੁਣਾ ਦਾਂਗੇ, ਯਾਨੀ ਕਿ ਬ੍ਰੇਕ ਤੋਂ ਬਾਅਦ ਜਿਹੜਾ ਆ ਤੁਸੀਂ ਆਪਣੇ ਦਿਲ ਦੇ ਵਲਵਲੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਆਪਣੀਆਂ ਵਿਚਾਰਾਂ ਸਾਂਝੀਆਂ ਕਰ ਸਕਦੇ ਹੋ। ਜਿਹੜੇ ਤੁਹਾਡੇ ਮਨ ਦੇ ਵਿੱਚ ਵਡਮੁੱਲੇ ਵਿਚਾਰ ਨੇ, ਜਿਹੜੇ ਨੇ ਵਡਮੁੱਲੇ ਮੈਸੇਜ ਨੇ ਇੱਕ ਦੁਨੀਆ ਨੂੰ ਸੇਧ ਦੇਣ ਵਾਸਤੇ, ਜਾਂ ਤੁਹਾਡੇ ਮਨ ਦੇ ਵਿੱਚ ਕੁਝ ਇੱਦਾਂ ਦਾ ਜੋ ਵਿਚਾਰ ਹੈ ਜਿਹੜਾ ਇਸ ਪ੍ਰੋਗਰਾਮ ਦੀ ਜਿਹੜੀ ਆ ਰੌਣਕ ਨੂੰ ਵਧਾ ਸਕਦਾ ਹੋਵੇ, ਤੇ ਤੁਸੀਂ ਸਾਡੇ ਨਾਲ ਜਿਹੜੀ ਆ ਇਸ ਪ੍ਰੋਗਰਾਮ ਦੇ ਵਿੱਚ ਕਾਲ ਦੇ ਨਾਲ ਹੀ ਜਿਹੜਾ ਆ ਸਾਡੇ ਨਾਲ ਜਿਹੜਾ ਆ ਸੰਪਰਕ ਕਾਇਮ ਕਰ ਸਕਦੇ ਹੋ। ਤੇ ਅਸੀਂ ਜਿਹੜਾ ਆ ਇਸ ਹੁਣ ਪ੍ਰੋਗਰਾਮ ਦੀ ਜਿਹੜੀ ਆ ਸ਼ੁਰੂਆਤੀ ਕਰਨੀ ਆ। ਤੇ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਅੱਜ 1 ਅਪ੍ਰੈਲ ਦਿਨ ਸ਼ੁੱਕਰਵਾਰ 2022 ਤੇ ਜੇ ਦੇਸੀ ਮਹੀਨੇ ਦੀ ਗੱਲ ਕਰੀਏ 19 ਚੇਤ ਨਾਨਕਸ਼ਾਹੀ 554 ਸੰਮਤ। ਤੇ ਪ੍ਰੋਗਰਾਮ ਨੂੰ ਹੁਣ ਅਸੀਂ ਅੱਗੇ ਵਧਾਉਂਦੇ ਹਾਂ ਤੇ ਜਾਣਦੇ ਹਾਂ ਅਸੀਂ ਸਿਹਤ ਸੰਬੰਧੀ ਕੁਝ ਦੇਸੀ ਨੁਸਖੇ, ਹੈਲਥ ਟਿਪਸ, ਸਿਹਤ ਨੂੰ ਤੰਦਰੁਸਤ ਰੱਖਣ ਲਈ ਕੁਝ ਜ਼ਰੂਰੀ ਗੱਲਾਂ ਜੋ ਸਾਡੇ ਲਈ ਜਿਹੜਾ ਆ ਚਾਹੇ ਬੱਚੇ ਤੋਂ ਲੈ ਕੇ ਜਵਾਨ ਤੱਕ, ਜਵਾਨ ਤੋਂ ਲੈ ਕੇ ਬੁਢੇਪੇ ਤੱਕ ਜਿਹੜੀਆਂ ਨੇ ਸਾਨੂੰ ਜਿਹੜੀਆਂ ਨੇ ਕਾਰਗਰ ਸਿੱਧ ਹੁੰਦੀਆਂ ਨੇ। ਤੇ ਕੁਝ ਇੱਦਾਂ ਦੇ ਛੋਟੇ ਮੋਟੇ ਘਰੇਲੂ ਨੁਸਖੇ ਜਿਨ੍ਹਾਂ ਨੂੰ ਅਸੀਂ ਅਪਣਾ ਕੇ ਆਪਣੇ ਸਰੀਰ ਨੂੰ ਜਿਹੜਾ ਆ ਉਹ ਤੰਦਰੁਸਤ ਰੱਖ ਸਕਦੇ ਹਾਂ। ਤੇ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਵੀਡੀਓ। ਤੇ ਦਰਸ਼ਕੋ ਹੁਣ ਸੁਣੋ ਹੈਲਥ ਰਿਲੇਟਡ ਟਿਪਸ। ਅੱਜ ਅਸੀਂ ਗੱਲ ਕਰਾਂਗੇ ਦਿਲ ਦੀਆਂ ਬਿਮਾਰੀਆਂ ਬਾਰੇ। ਅੱਜ ਦੇ ਜੀਵਨ ਦੀ ਭੱਜ ਦੌੜ ਵਿੱਚ ਅਸੀਂ ਆਪਣੀ ਸਿਹਤ ਤੇ ਖਾਣ ਪੀਣ ਵੱਲ ਬਹੁਤਾ ਧਿਆਨ ਨਹੀਂ ਦੇ ਪਾਉਂਦੇ, ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਦਿਲ ਦੀ ਬਿਮਾਰੀ ਕਾਰਨ ਸਾਡੇ ਦੇਸ਼ ਵਿੱਚ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੁੰਦੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੁਆਰਾ 2016 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਲਗਭਗ 17.9 ਮਿਲੀਅਨ ਲੋਕਾਂ ਦੀ ਮੌਤ ਦਿਲ ਦੀ ਬਿਮਾਰੀ ਕਾਰਨ ਹੋਈ ਸੀ। ਮੌਤਾਂ ਦਾ ਇਹ ਆંકੜਾ ਵਿਸ਼ਵ ਵਿਆਪੀ ਮੌਤਾਂ ਦਾ ਲਗਭਗ 31% ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਸਪਸ਼ਟ ਕੀਤਾ ਹੈ ਕਿ ਦਿਲ ਦੀ ਬਿਮਾਰੀ ਦੇ ਇਸ ਖਤਰੇ ਲਈ ਜ਼ਿੰਮੇਵਾਰ ਕਾਰਕ ਬਲੱਡ ਪ੍ਰੈਸ਼ਰ, ਗਲੂਕੋਜ਼, ਲਿਪਿਡਸ, ਭਾਰ ਤੇ ਮੋਟਾਪਾ ਆਦਿ ਹਨ ਤੇ ਸਾਰੇ ਕਾਰਕ ਸਿੱਧੇ ਤੌਰ ਤੇ ਸਾਡੇ ਭੋਜਨ ਨਾਲ ਜੁੜੇ ਹੋਏ ਹਨ। ਦਿਲ ਸਾਡੇ ਸਰੀਰ ਦੀ ਸਭ ਤੋਂ ਮਹੱਤਵਪੂਰਨ ਮਸ਼ੀਨ ਹੈ। ਇਹ ਮਸ਼ੀਨ ਨੂੰ ਚਲਾਉਣ ਲਈ ਸਾਨੂੰ ਭੋਜਨ ਦੇ ਰੂਪ ਵਿੱਚ ਬਾਲਣ ਦੀ ਲੋੜ ਹੁੰਦੀ ਹੈ। ਹੁਣ ਅਸੀਂ ਮਸ਼ੀਨ ਵਿੱਚ ਜਿੰਨਾ ਸ਼ੁੱਧ ਬਾਲਣ ਸਮੇਂ ਸਿਰ ਪਾਵਾਂਗੇ, ਮਸ਼ੀਨ ਓਨਾ ਹੀ ਵਧੀਆ ਕੰਮ ਕਰੇਗੀ। ਦਿਲ ਨੂੰ ਸਿਹਤਮੰਦ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ ਤੇ ਭੋਜਨ ਕਰੀਏ। ਭੋਜਨ ਸਿਰਫ ਮੌਸਮੀ ਤੇ ਵੰਨ-ਸੁਵੰਨਤਾ ਵਾਲਾ ਹੀ ਹੋਣਾ ਚਾਹੀਦਾ ਹੈ, ਸਗੋਂ ਇਸ ਨੂੰ ਘੱਟ ਤੇਲ ਨਾਲ ਪਕਾਉਣਾ ਵੀ ਚਾਹੀਦਾ ਹੈ। ਭੋਜਨ ਦਾ ਸੰਤੁਲਨ ਬਲੱਡ ਪ੍ਰੈਸ਼ਰ, ਗਲੂਕੋਜ਼, ਲਿਪਿਡਸ, ਭਾਰ ਤੇ ਮੋਟਾਪੇ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰੇਗਾ, ਜਿਸ ਦਾ ਸਾਡਾ ਦਿਲ ਵੀ ਰੋਗ ਮੁਕਤ ਰਹੇਗਾ। ਹੁਣ ਦੱਸਦੇ ਹਾਂ ਦਿਲ ਨੂੰ ਸਿਹਤਮੰਦ ਰੱਖਣ ਲਈ ਕਿਹੜਾ ਭੋਜਨ ਖਾਣਾ ਚਾਹੀਦਾ ਹੈ। ਸਾਡੇ ਭੋਜਨ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਤੇ ਫਾਈਬਰ ਦਾ ਢੁਕਵਾਂ ਸਮੇਲ ਹੋਣਾ ਚਾਹੀਦਾ ਹੈ। ਖਾਣੇ ਦੀ ਪਲੇਟ ਵਿੱਚ ਇਹ ਚੀਜ਼ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਇਸ ਦੇ ਲਈ ਸਾਨੂੰ ਆਪਣੇ ਖਾਣੇ ਦੀ ਪਲੇਟ ਨੂੰ 3 ਹਿੱਸਿਆਂ ਵਿੱਚ ਵੰਡਣਾ ਹੋਵੇਗਾ। ਪਲੇਟ ਦੇ ਅੱਧੇ ਹਿੱਸੇ ਦੇ ਬਰਾਬਰ ਪਹਿਲਾ ਹਿੱਸਾ ਸਲਾਦ ਤੇ ਸਬਜ਼ੀਆਂ ਨਾਲ ਪੂਰੀ ਤਰ੍ਹਾਂ ਭਰਿਆ ਹੋਣਾ ਚਾਹੀਦਾ ਹੈ। ਪਲੇਟ ਦੇ 1/4 ਹਿੱਸੇ ਦੇ ਦੂਜੇ ਹਿੱਸੇ ਵਿੱਚ ਪ੍ਰੋਟੀਨ, ਭਰਪੂਰ ਦੁੱਧ। ਇਸ ਦੇ ਨਾਲ ਹੀ ਥਾਲੀ ਦਾ ਤੀਜਾ ਹਿੱਸਾ ਕਣਕ, ਬਾਜਰੇ ਜਾਂ ਦਾਲਾਂ ਤੋਂ ਬਣੇ ਉੱਚ ਰੇਸ਼ੇ ਵਾਲੇ ਭੋਜਨ ਨਾਲ ਭਰਨਾ ਚਾਹੀਦਾ ਹੈ। ਗੱਲ ਕਰੀਏ ਅਨਾਜ ਦੀ ਤਾਂ ਭੋਜਨ ਵਿੱਚ ਪੂਰੇ ਅਨਾਜ ਦੀ ਵਰਤੋਂ ਕਰੋ। ਭੋਜਨ ਵਿੱਚ ਮੋਟੇ ਅਨਾਜ ਜਿਵੇਂ ਜਵਾਰ, ਬਾਜਰਾ, ਰਾਗੀ, ਜੌਂ, ਕੁਟਕੀ, ਕੋਡੇ, ਚੇਨਾ ਸਾਵਾ ਤੇ ਕੰਗਨੀ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਇਹ ਸਾਨੂੰ ਭਰਪੂਰ ਮਾਤਰਾ ਵਿੱਚ ਫਾਈਬਰ, ਵਿਟਾਮਿਨ, ਖਣਿਜ, ਪੌਸ਼ਟਿਕ ਤੱਤ ਤੇ ਬੀ ਕੰਪਲੈਕਸ ਵਰਗਾ ਊਰਜਾ ਪ੍ਰਦਾਨ ਕਰਦੇ ਹਨ। ਸਬਜ਼ੀਆਂ ਦੀ ਗੱਲ ਕਰੀਏ ਤਾਂ ਜੋ ਸਬਜ਼ੀਆਂ ਅਸੀਂ ਕੱਚੀਆਂ ਖਾ ਸਕਦੇ ਹਾਂ, ਉਹਨਾਂ ਨੂੰ ਸਲਾਦ ਦੇ ਰੂਪ ਵਿੱਚ ਖਾਣਾ ਚਾਹੀਦਾ ਹੈ। ਸਬਜ਼ੀਆਂ ਵਿੱਚ ਮੌਜੂਦ ਐਂਟੀਆਕਸੀਡੈਂਟ ਸਾਡੇ ਦਿਲ ਲਈ ਫਾਇਦੇਮੰਦ ਹੁੰਦੇ ਹਨ। ਉੱਥੇ ਹੀ ਫਾਈਬਰ ਸਰੀਰ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਗੱਲ ਕਰੀਏ ਫਲਾਂ ਦੀ ਤਾਂ ਹਰ ਰੋਜ਼ ਫਲ ਘੱਟੋ-ਘੱਟ 2 ਤੋਂ 3 ਵਾਰ ਖਾਣੇ ਚਾਹੀਦੇ ਹਨ। ਹਰ ਮੌਸਮ ਵਿੱਚ ਅਮਰੂਦ, ਅਨਾਰ ਦਾ ਸੇਵਨ ਵੀ ਫਾਇਦੇਮੰਦ ਹੁੰਦਾ ਹੈ। ਫਲਾਂ ਵਿੱਚ ਮੌਜੂਦ ਉੱਚ ਫਾਈਬਰ ਤੇ ਖਣਿਜ ਸਾਡੇ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਦੁੱਧ ਜਾਂ ਡੇਅਰੀ ਉਤਪਾਦ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜੇਕਰ ਅਸੀਂ ਦੁੱਧ ਵਿੱਚ ਪਾਣੀ ਮਿਲਾ ਦਈਏ ਤਾਂ ਚਰਬੀ ਦੀ ਮਾਤਰਾ ਘਟ ਜਾਵੇਗੀ। ਇਹ ਸਹੀ ਨਹੀਂ ਹੈ। ਅਜਿਹਾ ਕਰਨ ਨਾਲ ਦੁੱਧ ਦਾ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਪਾਣੀ ਪਾਉਣ ਦੀ ਬਜਾਏ ਦੁੱਧ 'ਚੋਂ ਮਲਾਈ ਕੱਢ ਲਓ, ਜਿਸ ਤੋਂ ਬਾਅਦ ਇਹ ਆਪਣੇ ਆਪ ਘੱਟ ਫੈਟ ਬਣ ਜਾਵੇਗੀ। ਇਸ ਦੁੱਧ ਵਿੱਚ ਪੋਸ਼ਕ ਤੱਤ ਤੇ ਪ੍ਰੋਟੀਨ ਦੀ ਮਾਤਰਾ ਪਹਿਲਾਂ ਵਾਂਗ ਹੀ ਰਹਿੰਦੀ ਹੈ। ਇਸ ਦੁੱਧ ਤੋਂ ਦਹੀਂ ਤੇ ਪਨੀਰ ਵੀ ਬਣਾਇਆ ਜਾ ਸਕਦਾ ਹੈ। ਹੁਣ ਤੁਸੀਂ ਸੁਣ ਰਹੇ ਸੀ
ਤੇ ਅਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਦਾਲਾਂ ਸਾਡੇ ਲਈ ਜਿਹੜੀਆਂ ਨੇ ਕਿਸ ਤਰ੍ਹਾਂ ਲਾਭਦਾਇਕ ਨੇ। ਚਾਹੇ ਅਸੀਂ ਮਾਹਾਂ ਦੇ ਦਾਲ ਦੀ ਗੱਲ ਕਰ ਲਈਏ, ਚਾਹੇ ਮੂੰਗੀ ਮਸਰਾਂ ਦੀ ਦਾਲ ਦੀ ਗੱਲ ਕਰ ਲਈਏ, ਕਿਸੇ ਵੀ ਦੀ ਦਾਲ ਕਰ ਲਈਏ, ਭੋਜਨ ਨੂੰ ਆਪਣੇ ਸਮੇਂ ਅਨੁਸਾਰ ਲੈਣਾ ਜਾਂ ਭੋਜਨ ਨੂੰ ਸਹੀ ਤਰੀਕੇ ਦੇ ਨਾਲ ਖਾਣਾ ਹੀ ਜਿਹੜਾ ਆ ਸਾਡੀ ਸਿਹਤ ਦੇ ਵਿੱਚ ਇੱਕ ਵੱਡਾ ਜਿਹੜਾ ਆ ਕਦਮ ਹੈ, ਇੱਕ ਵੱਡਾ ਜਿਹੜਾ ਆ ਸੁਧਾਰ ਹੋ ਸਕਦਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ, ਜੇ ਅਸੀਂ ਜਿਹੜੀ ਆ ਅੰਨ ਦੀ ਯਾਨੀ ਕਿ ਰੋਟੀ ਦੀ ਜੇ ਅਸੀਂ ਵਰਤੋਂ ਕਰਦੇ ਹਾਂ, ਜੇ ਸਾਡੀ ਸਮਰੱਥਾ ਜਿਹੜੀ ਆ 2 ਰੋਟੀਆਂ ਦੀ ਆ ਤਾਂ ਅਸੀਂ 3 ਖਾਂਦੇ ਹਾਂ, ਤਾਂ ਉਹਦੇ ਨਾਲ ਵੀ ਜਿਹੜਾ ਆ ਸਾਡੇ ਪੇਟ ਦੇ ਵਿੱਚ ਜਿਹੜਾ ਆ ਫਾਲਤੂ ਭੋਜਨ ਜਾਣ ਦੇ ਨਾਲ ਜਿਹੜਾ ਆ ਸਾਨੂੰ ਜਿਹੜੀ ਆ ਉਹ ਪ੍ਰੋਬਲਮ ਹੋ ਸਕਦੀ ਆ। ਉਸ ਤੋਂ ਬਾਅਦ 'ਚੋਂ ਜੇ ਅਸੀਂ ਗੱਲ ਕਰੀਏ ਦਾਲਾਂ ਦੀ ਗੱਲ ਕਰੀਏ, ਜੇ ਸਾਡੇ ਸਰੀਰ ਦੇ ਵਿੱਚ ਜਿਸ ਪ੍ਰੋਟੀਨ ਦੀ ਜਾਂ ਜਿਸ ਵਿਟਾਮਿਨਸ ਦੀ, ਜਿਸ ਖਣਿਜ ਦੀ ਵਰਤੋਂ ਜਿਹੜੀ ਆ ਜ਼ਿਆਦਾ ਹੋ ਜਾਏਗੀ, ਉਸ ਦੇ ਸਾਨੂੰ ਨੁਕਸਾਨ ਵੀ ਹੋ ਸਕਦੇ ਨੇ, ਤੇ ਜਿਸ ਦੀ ਜਿਹੜੀ ਆ ਘਾਟ ਹੈ ਉਹ ਦਾਲਾਂ ਦੇ ਨਾਲ ਜਿਹੜੀ ਆ ਉਹ ਸਾਨੂੰ ਪੂਰੀ ਵੀ ਹੋ ਸਕਦੀ ਆ। ਇਸ ਕਰਕੇ ਸਾਨੂੰ ਜਿਹੜਾ ਆ ਬਦਲ ਕੇ ਮੌਸਮ ਦੇ ਅਨੁਸਾਰ ਵੀ ਜਿਹੜਾ ਆ ਉਹ ਖਾਣਾ ਚਾਹੀਦਾ ਆ ਖਾਣਾ। ਤੇ ਕਈ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਜਾਂ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ, ਉਹ ਜੇ ਅਸੀਂ ਉਹਨਾਂ ਨੂੰ ਦਹੀਂ ਖਾਣ ਵਾਸਤੇ ਦਈਏ, ਜਾਂ ਅਸੀਂ ਲੱਸੀ ਖਾਣ ਵਾਸਤੇ ਪੀਣ ਵਾਸਤੇ ਦਈਏ, ਜਾਂ ਅਸੀਂ ਕੁਛ ਇੱਦਾਂ ਦੇ ਜਿਹੜੇ ਨੇ ਘਿਓ ਨਾਲ ਜਿਹੜੀਆਂ ਚੀਜ਼ਾਂ ਬਣੀਆਂ ਹੁੰਦੀਆਂ ਨੇ, ਜਿਹਨੂੰ ਅਸੀਂ ਜਿਹੜਾ ਆ ਫਾਸਟ ਫੂਡ ਵੀ ਕਹਿ ਸਕਦੇ ਹਾਂ, ਜਾਂ ਅਸੀਂ ਦੇਸੀ ਘਿਓ ਦੀ ਗੱਲ ਕਰੀਏ ਤਾਂ ਥੋੜ੍ਹਾ ਨੱਕ ਜਿਹਾ ਚੜਾਉਂਦੇ ਨਜ਼ਰ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਜਿਹੜਾ ਆ ਆਪਣੇ ਸਰੀਰ 'ਤੇ ਜਿਹੜਾ ਆ ਉਹ ਫੈਟ ਬਿਲਕੁਲ ਵੀ ਨਹੀਂ ਚਾਹੀਦਾ। ਫੈਟ ਸਾਡੇ ਸਰੀਰ ਵਾਸਤੇ ਜਿਹੜਾ ਆ ਸਾਡੇ ਸਰੀਰ ਦੇ ਵਿੱਚ ਹੋਣਾ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਜਿੱਥੇ ਸਾਡੇ ਸਰੀਰ ਦੇ ਵਿੱਚ ਇੱਕ ਚਮੜੀ ਨੂੰ ਜਾਂ ਹੱਡੀਆਂ ਨੂੰ ਢੱਕਣ ਵਾਸਤੇ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ ਸਕਿਨ ਦੀ, ਤੇ ਉੱਥੇ ਸਾਡੇ ਸਰੀਰ ਦੇ ਅੰਦਰ ਜਿਹੜਾ ਆ ਉਹ ਚਰਬੀ ਹੋਣੀ ਵੀ ਜਿਹੜੀ ਆ ਉਹ ਜ਼ਰੂਰੀ ਚਾਹੀਦੀ ਆ, ਕਿਉਂਕਿ ਚਰਬੀ ਸਾਡੇ ਸਰੀਰ ਦੇ ਵਿੱਚ ਹੋਏਗੀ ਤਾਂ ਹੀ ਜਿਹੜਾ ਆ ਸਾਡੇ ਸਿਸਟਮ ਨੂੰ ਜਿਹੜਾ ਆ ਸਾਡੇ ਸਰੀਰ ਨੂੰ ਉਹ ਚਲਾ ਸਕੇਗੀ। ਤੇ ਜੇ ਇਹੀ ਚਰਬੀ ਸਾਡੇ ਖੂਨ ਦੇ ਵਿੱਚ ਜਿਹੜੀ ਆ ਉਹ ਵੱਧ ਜਾਂਦੀ ਆ, ਜਾਂ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਖੂਨ ਦੇ ਵਿੱਚ ਉਹ ਜੰਮ ਕੇ ਜਿਹੜਾ ਆ ਸਾਡਾ ਨੁਕਸਾਨ ਵੀ ਕਰ ਸਕਦੀ ਆ। ਇਸੇ ਕਰਕੇ ਸਾਨੂੰ ਜਿਹੜਾ ਆ ਲੋੜ ਦੇ ਅਨੁਸਾਰ ਖਾਣਾ ਚਾਹੀਦਾ ਆ, ਆਪਣੀ ਲੋੜ ਦੇ ਮੁਤਾਬਿਕ ਜਿਹੜਾ ਆ ਆਪਣੇ ਸਰੀਰ ਦੇ ਵਿੱਚ ਜਿਹੜੀ ਆ ਉਹ ਚਰਬੀ ਜਿਹੜੀ ਆ ਉਹ ਪੈਦਾ ਹੋਣ ਦੇਣੀ ਚਾਹੀਦੀ ਆ। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੇਟ ਵਧਣਾ, ਇਸ ਦੇ ਵਿੱਚ ਜਿਹੜੀ ਆ ਜਦੋਂ ਅਸੀਂ ਖਾਣਾ ਖਾ ਕੇ ਰਾਤ ਦਾ ਸੌ ਜਾਂਦੇ ਹਾਂ ਤਾਂ ਉਸ ਤੋਂ ਬਾਅਦ 'ਚੋਂ ਜਿਹੜਾ ਆ ਪੇਟ ਦੇ ਵਿੱਚ ਲਗਾਤਾਰ ਜਿਹੜਾ ਆ ਉਹ ਚਰਬੀ ਬਣਦੀ ਰਹਿੰਦੀ ਆ, ਇੱਕੋ ਥਾਂ 'ਤੇ ਸਟਿਲ ਰਹਿੰਦੀ ਆ। ਤੇ ਜਦੋਂ ਅਸੀਂ ਉਸ ਨੂੰ ਕਸਰਤ ਕਰਦੇ ਹਾਂ ਜਾਂ ਐਕਸਰਸਾਈਜ਼ ਕਰਦੇ ਹਾਂ ਜਾਂ ਸੈਰ ਕਰਦੇ ਹਾਂ, ਉਹ ਤੁਰਨ ਦੇ ਨਾਲ ਜਿਹੜੀ ਆ ਸਾਰੀ ਲਗਾਤਾਰ ਜਿਹੜਾ ਬਲੱਡ ਆ ਉਹ ਆਪਣੇ ਸਰੀਰ ਦੇ ਵਿੱਚ ਸਰਕਲ ਕਰਦਾ ਆ। ਸਰਕਲ ਕਰਨ ਤੋਂ ਬਾਅਦ ਜਿਹੜੀ ਆ ਚਰਬੀ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉੱਥੋਂ ਖਿਸਕਣੀ ਵੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ, ਤੇ ਉੱਥੇ ਉਹ ਜੰਮਦੀ ਨਹੀਂ। ਤੇ ਜਦੋਂ ਅਸੀਂ ਬਿਲਕੁਲ ਵੀ ਕੰਮ ਨਹੀਂ ਕਰਦੇ, ਜਾਂ ਅਸੀਂ ਆਫਿਸ ਦੇ ਵਿੱਚ ਸਵੇਰੇ ਜਾਂਦੇ ਹਾਂ, ਉੱਥੇ ਜਾ ਕੇ ਬੈਠ ਜਾਂਦੇ ਹਾਂ, ਸਾਰਾ ਦਿਨ ਉੱਥੇ ਕੰਮ ਕਰਦੇ ਹਾਂ, ਤੇ ਘਰੇ ਆ ਕੇ ਖਾਣਾ ਖਾ ਕੇ ਅਸੀਂ ਸੌਂ ਜਾਂਦੇ ਹਾਂ, ਉਹਦੇ ਨਾਲ ਵੀ ਜਿਹੜਾ ਆ ਤੁਹਾਡੇ ਸਰੀਰ ਦੇ ਵਿੱਚ ਚਰਬੀ ਵੱਧ ਕੇ ਜਿਹੜਾ ਤੁਹਾਨੂੰ ਮੋਟਾਪੇ ਦੀ ਜਿਹੜੀ ਪ੍ਰੋਬਲਮ ਹੋ ਸਕਦੀ ਆ। ਸੋ ਇਸੇ ਤਰ੍ਹਾਂ ਜਿਹੜਾ ਆ ਸਾਨੂੰ ਸਵੇਰੇ ਜਿਹੜਾ ਆ ਸਵੇਰ ਦੀ ਸੈਰ ਜਿਹੜੀ ਆ ਉਹ ਜ਼ਰੂਰੀ ਆ, ਸ਼ਾਮ ਦੀ ਸੈਰ ਵੀ ਜ਼ਰੂਰੀ ਆ। ਬੱਚੇ ਅਕਸਰ ਜਿਹੜੇ ਨੇ ਉਹ ਭੱਜਦੇ ਰਹਿੰਦੇ ਨੇ, ਦੌੜਦੇ ਰਹਿੰਦੇ ਨੇ, ਤੇ ਉਹਨਾਂ ਨੂੰ ਵੀ ਜਿਹੜਾ ਆ ਸੈਰ ਦੀ ਵੈਸੇ ਜਾਂ ਮਤਲਬ ਜਿਹੜੀ ਆ ਸਰੀਰਕ ਐਕਟੀਵਿਟੀ ਦੀ ਲੋੜ ਨਹੀਂ ਹੁੰਦੀ। ਹਾਂ, ਜਿਹੜੇ ਸਰੀਰਕ ਤੌਰ 'ਤੇ ਜਿਹੜੇ ਥੋੜ੍ਹੇ ਜਿਹੇ ਮੋਟਾਪੇ 'ਚ ਹੁੰਦੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਚਿੰਤਾ ਕਰਨ ਦੀ ਲੋੜ ਆ। ਜੇ ਇਸ ਉਮਰੇ ਜਿਹੜਾ ਆ ਇਸ ਨੂੰ ਕੰਟਰੋਲ ਕਰ ਲੈਣਗੇ ਤਾਂ ਜਿਹੜਾ ਆ ਅੱਗੇ ਜਾ ਕੇ ਜਿਹੜਾ ਆ ਜ਼ਿੰਦਗੀ ਦੇ ਵਿੱਚ ਜਿਹੜਾ ਆ ਮੋਟਾਪਾ ਜ਼ਿਆਦਾ ਨਹੀਂ ਵਧੇਗਾ। ਸੋ ਇਸ ਕਰਕੇ ਚਾਹੇ ਉਹ ਵਧੇਰੀ ਉਮਰ ਦੀ ਗੱਲ ਕਰੀਏ ਤੇ ਚਾਹੇ ਅਸੀਂ ਜਿਹੜਾ ਆ ਛੋਟੇ ਉਮਰ ਦੀ ਗੱਲ ਕਰੀਏ, ਜੇ ਛੋਟੇ ਉਮਰ ਤੋਂ ਆਪਾਂ ਸਰੀਰ ਨੂੰ ਤੰਦਰੁਸਤ ਐਕਟਿਵ ਰੱਖਾਂਗੇ ਤਾਂ ਜਿਹੜੀਆਂ ਸਾਡੀਆਂ ਹੱਡੀਆਂ ਲਚਕੀਲੀਆਂ ਹੋ ਜਾਣਗੀਆਂ। ਜੇ ਇਸ ਨੂੰ ਹੀ ਅਸੀਂ ਸੋਲ ਬਣਾ ਕੇ ਰੱਖਾਂਗੇ ਤਾਂ ਵਧੇਰੀ ਉਮਰ ਦੇ ਵਿੱਚ ਨਾ ਤਾਂ ਸਾਡਾ ਕੰਮ ਦੇ ਵਿੱਚ ਰੁਚੀ ਲੱਗੇਗੀ, ਤੇ ਨਾ ਹੀ ਜਿਹੜਾ ਆ ਉਸ ਤੋਂ ਵਡੇਰੀ ਉਮਰ ਦੇ ਵਿੱਚ ਸਾਡੇ ਤੋਂ ਕੰਮ ਹੋ ਸਕੇਗਾ। ਪਹਿਲਾਂ ਲੋਕ ਪੰਜਾਬ ਦੇ ਵਿੱਚ ਹੱਲ ਜੋਤਦੇ ਸੀ ਤੇ ਜਿਹੜੀਆਂ ਕਣਕਾਂ ਦੀਆਂ ਭਰੀਆਂ ਪੰਡਾਂ ਚੱਕਦੇ ਸੀਗੇ, ਕਿਉਂਕਿ ਹੁਣ ਜਿਹੜਾ 1 ਅਪ੍ਰੈਲ ਹੋ ਗਿਆ ਆ ਤੇ ਕਣਕ ਦੀ ਵਢਾਈ ਵੀ ਜਿਹੜੀ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਆ। ਤੇ ਇਸੇ ਤਰ੍ਹਾਂ ਦੀ ਜਿਹੜੀ ਆ ਸਾਨੂੰ ਐਕਟੀਵਿਟੀ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ ਆ। ਤੇ ਗੱਲਾਂ ਦੇ ਵਿੱਚ ਮੈਂ ਜਿਸ ਤਰ੍ਹਾਂ ਰੋਜ਼ਾਨਾ ਹੀ ਤੁਹਾਨੂੰ ਕਹਿੰਦਾ ਆ ਕਿ ਮੈਂ ਹਮੇਸ਼ਾ ਹੀ ਭੁੱਲ ਜਾਂਦਾ ਆ ਕਿ ਮੇਰੇ ਨਾਲ ਇੱਥੇ ਸਟੂਡੀਓ ਦੇ ਵਿੱਚ ਮੇਰੇ ਸਾਥੀ ਰੂਹੀ ਗਰੋਵਰ ਜੀ ਵੀ ਨੇ। ਆਓ ਉਹਨਾਂ ਦੇ ਨਾਲ ਜਿਹੜੇ ਆ ਰਲ ਕੇ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ, ਨਾਲੇ ਗੱਲਾਂ ਬਾਤਾਂ ਕਰਾਂਗੇ, ਇਤਿਹਾਸ ਦੀ ਸਾਂਝ ਪਾਵਾਂਗੇ ਤੇ ਜਾਣਾਂਗੇ ਕਿ ਦੇਸ਼ ਵਿਦੇਸ਼ ਦੇ ਵਿੱਚ ਕੀ ਸਰਗਰਮੀਆਂ ਹੋ ਰਹੀਆਂ ਨੇ।
ਜੀ ਗੁੱਡ ਮਾਰਨਿੰਗ ਸੰਗਤ ਦੇਖ ਰਹੀ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਹਮੇਸ਼ਾ ਵਾਂਗ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਐਕਸਪੀਰੀਐਂਸਿਸ ਆਪਣੇ ਸ਼ੇਅਰ ਕਰਨਾ ਚਾਹੁੰਦੇ ਨੇ, ਕੋਈ ਉਹਨਾਂ ਦੇ ਸਵਾਲ ਉਹਨਾਂ ਦੇ ਮਨ ਵਿੱਚ ਉੱਠ ਰਹੇ ਨੇ ਉਹਨਾਂ ਨੂੰ ਤੁਸੀਂ ਪੁੱਛਣਾ ਚਾਹੁੰਦੇ ਹੋ ਤੇ ਥੱਲੇ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਲੇਕਿਨ ਇਤਿਹਾਸ ਨੂੰ ਸੁਣਾਉਣ ਤੋਂ ਬਾਅਦ ਜੀ। ਤੇ ਅੱਜ ਇਤਿਹਾਸ ਵਿੱਚ ਕੀ ਆ ਖਾਸ ਜੀ? ਰੂਹ ਜੀ, ਅਸੀਂ ਜਦੋਂ ਅਰਦਾਸ ਕਰਦੇ ਹਾਂ ਤੇ ਅਸੀਂ ਇੱਕ ਜਿਹੜੀ ਆ ਦੋਹਰਾ ਪੜ੍ਹਦੇ ਹਾਂ ਕਿ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ। ਤੇ ਅੱਗੇ ਜਾ ਕੇ ਜਿਹੜਾ ਆ ਇਹਦੀਆਂ ਪੰਕਤੀਆਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਇਹ ਅਰਦਾਸ ਵਿੱਚ ਜ਼ਰੂਰ ਅਸੀਂ ਪੜ੍ਹਦੇ ਹਾਂ। ਇਸ ਪੰਕਤੀ ਦਾ ਕੀ ਮਤਲਬ ਹੈ ਜਾਂ ਇਸ ਪੰਕਤੀ ਨੂੰ ਜਿਹੜਾ ਆ ਕਿਉਂ ਉਚਾਰਿਆ ਗਿਆ ਜਾਂ ਕੁਝ ਇਤਿਹਾਸ ਦੀ ਝਾਤ ਇਸ ਪੰਕਤੀ ਦੁਆਰਾ ਜਿਹੜੀ ਆ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਮਾਰਾਂਗੇ ਜੀ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਜੇ ਅਸੀਂ ਪਿਛਲੇ ਇਤਿਹਾਸ ਦੀ ਧਿਆਨ ਮਾਰੀਏ ਤਾਂ ਰੂਹੀ ਜੀ ਖਾਲਸੇ ਨੇ ਜਿਹੜਾ ਆ ਬਹੁਤ ਲੰਬੇਰਾ ਜਿਹੜਾ ਆ ਉਹ ਇਸ ਦੁਨੀਆ ਤੇ ਜਿਹੜਾ ਆ ਇਸ ਤੇ ਜਿਹੜਾ ਆ ਰਾਜ ਕੀਤਾ ਆ। ਚਾਹੇ ਅਸੀਂ ਜੱਸਾ ਸਿੰਘ ਆਹਲੂਵਾਲੀਏ ਦੀ ਅਸੀਂ ਪਹਿਲਾਂ ਗੱਲ ਕੀਤੀ ਆ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕੀਤੀ ਆ, ਤੇ ਚਾਹੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਜਾਂ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ, ਉਹ ਵੀ ਜਿਹੜੇ ਨੇ ਉਹ ਸਿੱਖਾਂ ਦੇ 10ਵੇਂ ਗੁਰੂ ਵੀ ਨੇ। ਤੇ ਇੱਕ ਮੈਂ ਉਹਨਾਂ ਨੂੰ ਜਿਹੜਾ ਆ ਇੱਕ ਰਾਜਾ ਵੀ ਦੇਖਦਾ ਆ ਕਿ ਉਹ ਆਪਣੀ ਜਿਹੜੀ ਆ ਪ੍ਰਜਾ ਲਈ ਜਿਹੜਾ ਆ ਉਹ ਚਿੰਤਤ ਵੀ ਨੇ। ਤੇ ਉਹਨਾਂ ਨੇ ਆਪਣੇ ਇੰਨੀ ਛੋਟੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਜਿਹੜਾ ਆ ਦੂਸਰੇ ਧਰਮ ਦੇ ਲਈ ਬਲੀਦਾਨ ਕਰਾਉਣ ਲਈ ਜਿਹੜਾ ਆ ਮਤਲਬ ਜਿਹੜਾ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਜਿਹੜਾ ਆ ਬਲੀਦਾਨ ਕਰਨਾ ਚਾਹੀਦਾ ਆ। ਤੇ ਦੂਸਰੀ ਗੱਲ ਹੋਰ, ਤੇ ਉਹਨਾਂ ਨੇ ਜਿਹੜਾ ਆਪਣਾ ਸਰਬੰਸ ਇਸ ਦੁਨੀਆ ਦੇ ਉੱਤੋਂ ਵਾਰਿਆ ਕਿ ਜੇ ਮੇਰੇ 4 ਪੁੱਤਰ ਮਰਦੇ ਨੇ ਜਾਂ ਜੇ ਮੇਰੇ ਮਾਤਾ ਜੀ ਇਸ ਸਰਬੰਸ ਵਾਸਤੇ ਜਾਂ ਇਸ ਵਾਸਤੇ ਜਿਹੜਾ ਆ ਸ਼ਹੀਦ ਹੁੰਦੇ ਨੇ ਜਾਂ ਧੰਨ ਸਾਹਿਬ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੁੰਦੇ ਨੇ ਤਾਂ ਸਾਡਾ ਜਿਹੜਾ ਸਿੱਖ ਪੰਥ ਉਹ ਤਾਂ ਬਚੇਗਾ। ਤੇ ਇਹਦੇ ਨਾਲ ਜਿਹੜਾ ਆ ਹਿੰਦੂ ਜਿਹੜੀ ਆ ਜਦੋਂ ਉਦੋਂ ਜਿਹੜਾ ਖਤਰਾ ਪੈ ਗਿਆ ਸੀਗਾ ਹਿੰਦੂ ਮਤ ਦੇ ਉੱਤੇ ਜਾਂ ਮਤਲਬ ਇਹ ਕਹਿ ਸਕਦੇ ਆ ਹਿੰਦੂਆਂ ਦੇ ਉੱਤੇ, ਤਾਂ ਉਹ ਵੀ ਜਿਹੜਾ ਆ ਉਹ ਬਚ ਜਾਏਗਾ। ਉਹ ਸਿਰਫ ਇੱਕ ਗੁਰੂ ਹੀ ਨਹੀਂ ਸਨ ਕਿ ਜਿਵੇਂ ਇੱਕ ਕਿਸੇ ਨੂੰ ਅਸੀਂ ਮੰਨ ਲੈਂਦੇ ਹਾਂ ਕਿ ਸਾਡੇ ਗੁਰੂ ਨੇ ਤੇ ਉਹਨਾਂ ਦੀ ਆਪਦੀ ਮੈਂ ਨਹੀਂ ਮੁੱਕਦੀ ਕਿ ਹਾਂ ਮੈਂ ਗੁਰੂ ਹਾਂ, ਜੋ ਮੈਂ ਉਪਦੇਸ਼ ਕਰਾਂਗਾ ਜੇ ਮੈਂ ਕਹੂੰਗਾ ਤਾਂ ਝੱਖੜ ਚੱਲਵੇ ਤਾਂ ਝੱਖੜ ਚੱਲ ਜਾਵੇ, ਜੇ ਮੈਂ ਕਹਾਂ ਤਾਂ ਫਲਾਣੇ ਜਿਹੜੀ ਆ ਕੌਮ ਨੂੰ ਖਤਮ ਕਰ ਦੋ ਤਾਂ ਉਹ ਖਤਮ ਹੋ ਜਾਵੇ, ਤਾਂ ਉਸ ਨੂੰ ਖਾਤਮਾ ਜਿਹੜਾ ਆ ਅਸੀਂ ਕਰ ਹੀ ਦਈਏ। ਨਹੀਂ, ਇਸੇ ਤਰ੍ਹਾਂ ਦੀ ਸੋਚ ਨਹੀਂ। ਉਹਨਾਂ ਨੇ ਪੂਰੀ ਜਿਹੜਾ ਆ ਮਾਨਵਤਾ ਦੇ ਹਿੱਤ ਦੇ ਵਾਸਤੇ ਜਿਹੜਾ ਆ ਅਕਾਲ ਪੁਰਖ ਦੇ ਭਾਣੇ ਨੂੰ ਮੰਨਦਿਆਂ ਹੋਇਆ ਜਿਹੜੀ ਆ ਜ਼ਿੰਦਗੀ ਬਸਰ ਕੀਤੀ ਆ। ਤੇ ਇਹਦੇ ਵਿੱਚ ਜਿਹੜਾ ਆ ਉਦੋਂ ਜਿਹੜਾ ਆ ਰਾਜ ਕੀਤਾ ਆ। ਚਾਹੇ ਅਸੀਂ ਕਿਸੇ ਵੀ ਆਪਣੇ ਸ਼ਹੀਦ ਦੀ ਗੱਲ ਕਰੀਏ ਤੇ ਸਿੰਘਾਂ ਦੇ ਵਿੱਚ ਤੇ ਰਾਜ ਕਰੇਗਾ ਖਾਲਸਾ ਜਿਹੜੇ ਪਰਮਾਤਮਾ ਦੀ ਨਿਯਮਾਂ ਤੇ ਸਿਧਾਂਤਾਂ ਤੇ ਚੱਲਦੇ ਸੀਗੇ ਤੇ ਖਾਲਸੇ ਨੇ ਬਹੁਤ ਲੰਮੇਰਾ ਰਾਜ ਕੀਤਾ ਆ। ਇਹਦੇ ਵਿੱਚ ਕੋਈ ਵੀ ਜਿਹੜਾ ਆ ਦੁਖੀ ਨਹੀਂ ਰਿਹਾ ਸੀ। ਜੇ ਕੋਈ ਦੁਖੀ ਸੀ, ਚਾਹੇ ਉਹ ਗਜਨੀ ਵਰਗਾ ਤੰਗ ਕਰਦਾ ਸੀ, ਚਾਹੇ ਉਹ ਬਾਬਰ ਵਰਗਾ ਤੰਗ ਕਰਦਾ ਸੀ, ਚਾਹੇ ਉਹ ਸੂਬਾ ਸਰਹੰਦ ਵਰਗਾ ਜਿਹੜਾ ਲੋਕਾਂ ਤੇ ਕਹਿ ਢਾਉਂਦਾ ਸੀ, ਤੇ ਚਾਹੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਇੱਥੇ ਜਿਹੜਾ ਲੋਕਾਂ ਨੂੰ ਮਜ਼ਲੂਮਾਂ ਨੂੰ ਤੰਗ ਕਰਦਾ ਸੀ, ਖਾਲਸਾ ਨੇ ਉਹਦਾ ਜਿਹੜਾ ਆ ਖਾਤਮਾ ਕੀਤਾ ਆ। ਇਸੇ ਲਈ ਜਿਹੜਾ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦੀ ਜਿਹੜੀ ਆ ਇਹ ਪੰਕਤੀ ਜਿਹੜੀ ਆ ਇਸ ਤਰ੍ਹਾਂ ਜਿਹੜੀ ਜੋੜੀ ਹੋਈ ਆ। ਤੇ ਇਸ ਦਾ ਇਤਿਹਾਸ ਦੇ ਨਾਲ ਜਿਹੜਾ ਕੀ ਜਿਹੜਾ ਵਾਕਿਆ ਆ ਉਹ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਉਹ ਸਾਂਝੀ ਕਰਾਂਗੇ ਜੀ। ਤੇ ਇਹ ਅਰਦਾਸ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਵਕਤ ਦੀ ਹੈ ਜਦੋਂ ਬੰਦਾ ਬਹਾਦਰ ਦੇ ਵੱਡੇ ਸਰਦਾਰਾਂ ਨੂੰ ਤੋੜ ਲਿਆ ਗਿਆ, ਜਿਸ ਵਿੱਚ ਬਾਬਾ ਵਿਨੋਦ ਸਿੰਘ, ਬਾਬਾ ਕਾਨ ਸਿੰਘ, ਰਤਨ ਸਿੰਘ ਭੰਗੂਵਾਦ। ਕਈ ਇਤਿਹਾਸਕਾਰ ਤਾਂ ਇਸ ਵਿੱਚ ਮਾਤਾ ਸੁੰਦਰੀ ਦੇ ਹੁਕਮਨਾਮੇ ਤੇ ਭਾਈ ਨੰਦ ਲਾਲ ਨੂੰ ਵੀ ਸ਼ਾਮਲ ਕਰਦੇ ਹਨ। ਖਾਲਸਾ ਪੰਥ 2 ਫਾੜ ਹੋ ਗਿਆ। ਲਗਭਗ 15,000 ਸਿੱਖ ਬੰਦਾ ਬਹਾਦਰ ਨੂੰ ਛੱਡ ਕੇ ਕੁਝ ਦਲ ਮੁਗਲ ਹਕੂਮਤ ਨਾਲ ਮਿਲ ਗਏ। ਬੰਦਾ ਸਿੰਘ ਨੇ ਬਹੁਤ ਕੋਸ਼ਿਸ਼ ਕੀਤੀ ਕਿ ਭੁੱਲੇ ਹੋਏ ਸਿੱਖ ਵਾਪਸ ਆ ਜਾਣ ਤਾਂ ਕਿ ਖਾਲਸਾ ਰਾਜ ਦੀ ਉਮਰ ਲੰਮੀ ਹੋ ਸਕੇ। ਬੰਦਾ ਸਿੰਘ ਬਹਾਦਰ ਸਮੇਂ ਸਮੂਹ ਖਾਲਸੇ ਵੱਲੋਂ ਹਰ ਰੋਜ਼ ਸਵੇਰੇ ਸ਼ਾਮ ਇਹ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਕੀਤੀ ਜਾਂਦੀ ਸੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਤੋਂ ਸਿਰਫ 2 ਸਾਲਾਂ ਬਾਅਦ ਹੀ ਜਿਹੜਾ ਖਾਲਸਾ ਰਾਜ ਸਥਾਪਿਤ ਕਰ ਲਿਆ। ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੀ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਕਿ ਜੇਕਰ ਇਹ ਸਭ ਇਕੱਠੇ ਹੋ ਕੇ ਸੰਘਰਸ਼ ਕਰਨ ਤਾਂ ਮੁਗਲ ਸਾਮਰਾਜ ਦਾ ਜਿਹੜਾ ਆ ਸਹਿਜੇ ਹੀ ਜਿਹੜਾ ਆ ਤਖਤਾ ਪਲਟਿਆ ਜਾ ਸਕਦਾ ਜਾਂ ਪਲਟਾ ਜਿਹੜਾ ਆ
ਉਹ ਤਖਤਾ ਜਿਹੜਾ ਪਲਟ ਦੇਣਗੇ। ਜੀ, ਮੁਗਲ ਸਾਮਰਾਜ ਨੇ ਵੀ ਖਾਲਸੇ ਦੇ ਇਸ ਨਵਜੰਮੇ ਰਾਜ ਨੂੰ ਖਤਮ ਕਰਨ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ। ਜਦ ਤਾਕਤ ਕੰਮ ਨਾ ਆਈ ਤਾਂ ਬੰਦਾ ਬਹਾਦਰ ਨੂੰ ਅਸਫਲ ਕਰਨ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਗਏ। ਬਾਬਾ ਬੰਦਾ ਬਹਾਦਰ ਨਾਲੋਂ ਉਹਨਾਂ ਦੇ ਸੀਨੀਅਰ ਸਾਥੀ ਤੋੜ ਲਏ ਗਏ। ਖਾਲਸਾ ਪੰਥ ਦੋ ਫਾੜ ਹੋ ਗਿਆ। ਅਕਾਲੀ ਬਾਬਾ ਵਿਨੋਦ ਸਿੰਘ ਨਿਹੰਗ ਗੁਰੂ ਅੰਗਦ ਦੇਵ ਜੀ ਦਾ ਵੰਸ਼ ਚੋਂ ਸੀ। ਗੁਰੂ ਗੋਬਿੰਦ ਸਿੰਘ ਜੀ ਵਕਤ ਖਾਲਸਾ ਫੌਜ ਦੇ ਮੁਖੀ ਤੇ ਉਹਨਾਂ ਕੁਝ ਸਿੱਖਾਂ ਵਿੱਚੋਂ ਸੀ ਜੋ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੰਦੇੜ ਤੱਕ ਗਏ ਸਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਬਹਾਦਰ ਨੂੰ ਥਾਪੜਾ ਦੇ ਕੇ ਜ਼ੁਲਮਾਂ ਦਾ ਨਾਸ਼ ਕਰਨ ਲਈ ਪੰਜਾਬ ਭੇਜਿਆ ਤਾਂ ਨਾਲ 5 ਪਿਆਰੇ 5 ਤੀਰ ਤੇ ਹੁਕਮਨਾਮੇ ਨਾਲ ਦਿੱਤੇ। ਬਾਬਾ ਵਿਨੋਦ ਉਹਨਾਂ 5 ਪਿਆਰਾਂ ਵਿੱਚੋਂ ਇੱਕ ਸੀ। ਬਾਬਾ ਵਿਨੋਦ ਸਿੰਘ ਨੇ ਬਾਬਾ ਬੰਦਾ ਸਿੰਘ ਨਾਲ ਮਿਲ ਕੇ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਕਈ ਲੜਾਈਆਂ ਲੜੀਆਂ ਤੇ ਜਿੱਤੀਆਂ ਵੀ, ਜਿਵੇਂ ਸੋਨੀਪਤ ਦੀ ਲੜਾਈ, ਅੰਬਾਲੇ ਦੀ, ਸਮਾਣੇ, ਸਡੋਰਾ, ਚੱਪੜਚਿੜੀ, ਰਾਹੋਂ, ਕਪੂਰੀ, ਜੰਮੂ, ਜਲਾਲਾਬਾਦ ਤੇ ਲੋਹਗੜ੍ਹ ਦੀ ਲੜਾਈ ਯਾਦ। ਜੀ, ਖਾਲਸਾ ਰਾਜ ਸਥਾਪਿਤ ਹੋ ਗਿਆ। ਹਰ ਸਿੱਖ ਦਾ ਮਨ ਉੱਚਾ ਹੋ ਗਿਆ। ਰਾਜ ਸਥਾਪਿਤ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਖਾਲਸੇ ਦੇ ਸਿੱਕਿਆਂ ਦੀ ਜਿਹੜੀਆਂ ਨੇ ਇਬਾਰਤਾਂ ਤਿਆਰ ਕਰਵਾਈਆਂ। ਗੁਰੂ ਗੋਬਿੰਦ ਸਿੰਘ ਜੀ ਦੀ ਅਰਦਾਸ 'ਚ ਸ਼੍ਰੀ ਪ੍ਰਥਮ ਭਗਉਤੀ ਤੋਂ ਸ਼ੁਰੂ ਹੋ ਕੇ ਗੁਰੂ ਤੇਗ ਬਹਾਦਰ ਸਿਮਰਿਐ ਕਰਨੌ ਨਿਧਿਆਵੈ ਧਾਏ ਤੱਕ ਸੀ। ਪੰਥਕ ਜਿਹੜਾ ਆ ਦਾਨਸ਼ਵਰਾਂ ਦੀ ਸਲਾਹ ਤੇ ਗੁਰਮਤਿ ਅਨੁਸਾਰ ਅਰਦਾਸ ਤਿਆਰ ਕਰਵਾਈ ਗਈ। ਇਸ ਅਰਦਾਸ ਨੂੰ ਰੋਜ਼ਾਨਾ ਦੀ ਅਰਦਾਸ ਬਣਾ ਕੇ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਨਾਲ ਜੋੜ ਦਿੱਤਾ, ਜੋ ਹਰ ਗੁਰਦੁਆਰੇ ਹਰ ਰੋਜ਼ ਹੁੰਦੀ ਹੈ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਦੇਹ, ਜਾਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੈਂ ਲੇ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ। ਸਿੱਖਾਂ ਦੀ ਗਿਣਤੀ ਵਿੱਚ ਥੋੜੇ ਹੁੰਦਿਆਂ ਵੀ ਹਰ ਮੈਦਾਨ ਜਿਹੜੀ ਆ ਉਹ ਫਤਿਹ ਕਰ ਦਿੱਤੀ। ਜੀ, ਮੁਗਲਾਂ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਉਹਨਾਂ ਦੀ ਇਹ ਸ਼ਕਤੀ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਨ ਤੇ ਗੁਰੂ ਘਰ ਵਿੱਚ ਕੀਤੀਆਂ ਅਰਦਾਸਾਂ ਦਾ ਹੀ ਕੋਈ ਰੂਹਾਨੀ ਚਮਤਕਾਰ ਹੈ। 10 ਦਸੰਬਰ 1710 ਨੂੰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਹੁਕਮ ਜਾਰੀ ਕੀਤਾ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਸ਼ਸਤਰਧਾਰੀ ਨਜ਼ਰ ਆਵੇ ਗੋਲੀ ਮਾਰ ਦਿਓ। ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਵੀ ਸਰਕਾਰੀ ਪੱਖੀ ਸਿੱਖਾਂ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤਾਂ ਕਿ ਇੱਥੇ ਬੰਦਾ ਬਹਾਦਰ ਲਈ ਫਤਿਹ ਦੀਆਂ ਅਰਦਾਸਾਂ ਨਾ ਕੀਤੀਆਂ ਜਾਣ ਤੇ ਪੰਥ ਵੱਲੋਂ ਇੱਥੇ ਸਨੇਹੇ ਨਾ ਪੜਨ। 5 ਪਿਆਰਿਆਂ ਵਿੱਚੋਂ 2 ਸਿੱਖ ਖਰੀਦ ਲਏ ਗਏ। ਫਿਰ ਵੀ ਬੰਦਾ ਬਹਾਦਰ ਡੋਲਿਆ ਨਹੀਂ ਤੇ ਕਿਹਾ ਕਿ ਮੁਗਲ ਜੋ ਮਰਜ਼ੀ ਕਰ ਲੈਣ, ਰਾਜ ਖਾਲਸਾ ਪੰਥ ਨੇ ਹੀ ਕਰਨਾ ਹੈ। ਜਦ ਗੁਰਦਾਸ ਨੰਗਲ ਦਾ ਘੇਰਾ ਲੰਮਾ ਹੋ ਗਿਆ ਤਾਂ ਵਿਵਾਦ ਵਿੱਚ ਬਾਬਾ ਵਿਨੋਦ ਤੇ ਬੰਦਾ ਬਹਾਦਰ ਦੋਨੇ ਦਾ ਆਪਸੀ ਮਤਭੇਦ ਹੋ ਗਿਆ। ਬਾਬਾ ਵਿਨੋਦ ਘੇਰੇ ਵਿੱਚੋਂ ਬਾਹਰ ਨਿਕਲ ਕੇ ਮੁੜ ਆਪਣੀ ਤਾਕਤ ਇਕੱਠੀ ਕਰਕੇ ਮੁਗਲਾਂ ਨਾਲ ਟੱਕਰ ਲੈਣਾ ਚਾਹੁੰਦੇ ਸੀ, ਪਰ ਬੰਦਾ ਬਹਾਦਰ ਆਪਣੇ ਅੰਤਿਮ ਸਮੇਂ ਤੱਕ ਮੁਗਲਾਂ ਦਾ ਮੁਕਾਬਲਾ ਕਰਨੇ ਚਾਹੁੰਦੇ ਸੀ। ਕੁਝ ਹੋਰ ਵੀ ਮਤਭੇਦ ਹੋਣਗੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਿਸੇ ਤੋਂ ਵੀ ਆਪਣਾ ਜਾਤੀ ਬਦਲਾ ਨਹੀਂ ਸੀ ਲੈਣਾ ਚਾਹੁੰਦੇ, ਜੋ ਬੰਦਾ ਬਹਾਦਰ ਨੇ ਸ਼ਰਧਾਵਸ ਹੋ ਕੇ ਗੁਰੂ ਸਾਹਿਬ ਨਾਲ ਕੀਤੇ ਹਰ ਜ਼ੁਲਮ ਦੇ ਬਦਲੇ ਗਿਣ ਕੇ ਲਏ। ਭਾਵੇਂ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਮਾਫੀ ਵੀ ਮੰਗੀ, ਕਿਉਂਕਿ ਉਸ ਵਕਤ ਤੱਕ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋ ਸਮਾ ਚੁੱਕੇ ਸੀ। ਇੱਕ ਕਾਰਨ ਇਹ ਵੀ ਸੀ ਕਿ ਕਿਹਾ ਜਾਂਦਾ ਕਿ ਬੰਦਾ ਬਹਾਦਰ ਨੇ ਆਪਣੇ ਆਪ ਨੂੰ ਗੁਰੂ ਦੇ ਤੌਰ ਤੇ ਐਲਾਨ ਕਰ ਦਿੱਤਾ ਸੀ, ਜੋ ਗੱਲ ਮੰਨਣ ਵਿੱਚ ਨਹੀਂ ਆਉਂਦੀ। ਕਈ ਬਾਬਾ ਵਿਨੋਦ ਦਾ ਬੰਦਾ ਬਹਾਦਰ ਦਾ ਸਾਥ ਛੱਡਣਾ ਮਾਤਾ ਸੁੰਦਰੀ ਦੇ ਹੁਕਮਨਾਮੇ ਨਾਲ ਜੋੜਦੇ ਹਨ। ਖੈਰ, ਜੋ ਵੀ ਕਾਰਨ ਸੀ, ਬਾਬਾ ਵਿਨੋਦ ਆਪਣੇ ਨਿਹੰਗ ਸਾਥੀਆਂ ਨੂੰ ਲੈ ਕੇ ਗੁਰਦਾਸ ਨੰਗਲ ਦੇ ਘੇਰੇ ਚੋਂ ਨਿਕਲ ਕੇ ਗੋਇੰਦਵਾਲ ਸਾਹਿਬ ਆ ਗਏ। ਇੱਕ ਤਕੜੇ ਧੜੇ ਦਾ ਮੁਸੀਬਤ ਵਕਤ ਸਾਥ ਛੋੜ ਦੇਣਾ ਖਾਲਸਾ ਫੌਜ ਲਈ ਭਾਰੀ ਸੱਟ ਸੀ, ਪਰ ਫਿਰ ਵੀ ਬੰਦਾ ਬਹਾਦਰ ਨੇ ਆਪਣੇ ਅੰਤਿਮ ਸਮੇਂ ਤੱਕ ਉਹਨਾਂ ਦੇ ਵਾਪਸ ਆਉਣ ਦੀ ਉਮੀਦ ਨਹੀਂ ਛੱਡੀ। ਸਿੱਖਾਂ ਦੇ ਮਨੋਬਲ ਨੂੰ ਉੱਚਾ ਕਰਨ ਲਈ ਇਹ ਦੋਹਾ ਰਾਜ ਕਰੇਗਾ ਖਾਲਸਾ ਅਰਦਾਸ ਵੀ ਸ਼ਾਮਲ ਕੀਤਾ ਗਿਆ, ਜੋ ਸ਼ਾਇਦ ਬਾਬਾ ਵਿਨੋਦ ਤੇ ਬਾਕੀ ਸਿੰਘਾਂ ਲਈ ਜੋ ਛੱਡ ਕੇ ਚਲੇ ਗਏ ਸਨ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨਹਾਰ। खंडा जाके हाथ में कलगी सो है शीस, सो हमारी रक्षा करे श्री कलगी धर जगदीश। ਬੰਦਾ ਸਿੰਘ ਬਹਾਦਰ ਨੂੰ ਅਜੇ ਵੀ ਉਮੀਦ ਸੀ ਕਿ ਬਾਬਾ ਵਿਨੋਦ ਜ਼ਰੂਰ ਵਾਪਸ ਆਉਣਗੇ ਤੇ ਜਿਤਨੇ ਵੀ ਸਿੱਖ ਖੁਆਰ ਹੋਏ ਹਨ ਜਾਂ ਭਟਕੇ ਹਨ ਜ਼ਰੂਰ ਵਾਪਸ ਆਉਣਗੇ ਤੇ ਫਿਰ ਮਿਲਣਗੇ, ਫਿਰ ਸਾਡਾ ਇਕੱਠ ਹੋਏਗਾ, ਫਿਰ ਸਿੱਖਾਂ ਦੀ ਫੌਜ ਭਾਰੀ ਗਿਣਤੀ ਵਿੱਚ ਜਿਹੜੀ ਆ ਵਧੇਗੀ। ਇੰਤਜ਼ਾਰ ਕਰਦੇ ਤੇ ਜ਼ੁਲਮ ਦਾ ਮੁਕਾਬਲਾ ਕਰਦੇ ਉਹ ਅਖੀਰ ਆਪਣੇ 740 ਸਾਥੀਆਂ ਨਾਲ ਮੁਗਲਾਂ ਦੇ ਹੱਥ ਆ ਗਏ ਤੇ ਅੰਤਾਂ ਦੇ ਤਸੀਹੇ ਦਿੱਤੇ ਗਏ, ਸ਼ਹੀਦ ਕਰ ਦਿੱਤੇ ਗਏ। ਕਿਸੇ ਇੱਕ ਨੇ ਵੀ ਈਨ ਨਹੀਂ ਮੰਨੀ। ਇਸ ਘਟਨਾ ਨਾਲ ਇੱਕ ਸੱਚੀ ਕਹਾਣੀ ਵੀ ਜੁੜੀ ਹੋਈ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਮੁਗਲ ਫੌਜ ਦੇ ਹੱਥ ਆ ਗਏ ਤਾਂ ਉਹਨਾਂ ਨੂੰ
ਜਿਹੜਾ ਆ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਆਂਦਾ ਗਿਆ ਸੀ। ਚਾਂਦਨੀ ਚੌਂਕ ਕੋਤਵਾਲੀ ਵਿਖੇ ਹਰ ਰੋਜ਼ 100 ਜਵਾਨਾਂ ਨੂੰ ਸ਼ਹੀਦ ਕੀਤਾ ਜਾਣ ਲੱਗਿਆ ਕਿ ਸਿੰਘ ਡਰ ਜਾਣਗੇ, ਭੈ ਵਿੱਚ ਆ ਜਾਣਗੇ। ਇਹਨਾਂ ਸਿੰਘਾਂ ਵਿੱਚ 18 ਦਿਨ ਦਾ ਜਿਹੜਾ ਆ ਮਾਫ ਕਰਨਾ, ਇਹਨਾਂ ਦਿਨ ਵਿੱਚ ਜਿਹੜਾ ਆ ਇੱਕ 18 ਸਾਲ ਦਾ ਨੌਜਵਾਨ ਵੀ ਐਸਾ ਸੀ ਜਿਸ ਦੀ ਮਾਂ ਵਿਧਵਾ ਸੀ ਤੇ ਬੁੱਢੀ ਮਾਂ ਦਾ ਇੱਕੋ ਸਹਾਰਾ ਸੀ, ਤੇ ਉਹ ਬੜੀ ਮੁਸ਼ਕਿਲ ਦੇ ਨਾਲ ਜਿਹੜਾ ਆ ਇੱਥੇ ਤੱਕ ਜਿਹੜਾ ਆ ਉਹ ਪੁੱਜਿਆ ਸੀ। ਬਹਾਨਾ ਲਗਾ ਕੇ ਕਹਿਣ ਲੱਗਿਆ ਕਿ ਮੇਰਾ ਬੱਚਾ ਜਿਹੜਾ ਆ ਉਹ ਸਿੱਖ ਨਹੀਂ ਹੈ ਜੀ, ਕਿਉਂਕਿ ਹਰ ਰੋਜ਼ ਜਿਹੜਾ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ ਸੀ, ਇੱਕੋ ਇੱਕ ਸਹਾਰਾ ਸੀ, ਉਹ ਸੀ ਉਹਦਾ ਪੁੱਤਰ। ਤੇ ਉਸਨੇ ਇਹ ਮੰਨ ਲਿਆ ਸੀ ਕਿ ਜਿਹੜਾ ਆ ਅਸੀਂ ਸਿੱਖ ਨਹੀਂ ਆ, ਅਸੀਂ ਕਿਸੇ ਹੋਰ ਜਿਹੜਾ ਆ ਧਰਮ ਦੇ ਨਾਲ, ਜਾਂ ਇਹ ਵੀ ਕਹਿ ਸਕਦੇ ਹਾਂ ਡਰਦੇ ਹੋਏ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਆ ਮੁਸਲਮਾਨ ਆਏ ਆ ਤੇ ਇਸ ਨੂੰ ਜਿਹੜਾ ਆ ਨਾ ਮਾਰਿਆ ਜਾਵੇ। ਹਾਂਜੀ ਤੇ ਉਹਨਾਂ ਨੇ ਕਿਹਾ ਕਿ ਇਹ ਗਲਤੀ ਨਾਲ ਫੜਿਆ ਗਿਆ, ਜਿਸ ਨੂੰ ਛੱਡ ਦਿਓ। ਫਕਸੀਆਰ ਖੁਸ਼ ਹੋਇਆ, ਉਸਨੇ ਸੋਚਿਆ ਇੱਕ ਨੌਜਵਾਨ ਹੀ ਸਹੀ, ਮੈਂ ਹੁਣ ਲੋਕਾਂ ਨੂੰ ਇਹ ਕਹਿ ਸਕਦਾ ਕਿ ਕੁਝ ਨੌਜਵਾਨਾਂ ਨੇ ਆਪਣੇ ਗੁਨਾਹ ਦੀ ਮਾਫੀ ਮੰਗ ਲਈ ਹੈ। ਉਸਨੇ ਹੁਕਮ ਲਿਖ ਦਿੱਤਾ। ਬੁੱਢੀ ਮਾਂ ਬਾਦਸ਼ਾਹ ਦਾ ਹੁਕਮ ਲੈ ਕੇ ਕਤਲ ਵਾਲੇ ਸਥਾਨ ਤੇ ਪੁੱਜੀ। ਕੋਤਵਾਲ ਨੂੰ ਬਾਦਸ਼ਾਹ ਦਾ ਹੁਕਮ ਦਿਖਾਇਆ। ਬੱਚੇ ਦੀ ਵਾਰੀ ਕਤਲ ਹੋਣ ਦੀ ਆ ਗਈ ਸੀ। ਕੋਤਵਾਲ ਨੇ ਆਵਾਜ਼ ਲਗਾਈ, ਬੱਚੇ ਕੋਲ ਆ ਗਿਆ ਤੇ ਬੱਚੇ ਨੂੰ ਕਿਹਾ, ਤੂੰ ਆਪਣੇ ਮੂੰਹੋਂ ਕਹਿ ਦੇ ਕਿ ਤੂੰ ਸਿੱਖ ਨਹੀਂ ਹੈ, ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ। ਤੇਰੀ ਮਾਂ ਨੇ ਹਕੂਮਤ ਅੱਗੇ ਫਰਿਆਦ ਕੀਤੀ ਹੈ ਕਿ ਮੇਰਾ ਬੱਚਾ ਸਿੱਖ ਨਹੀਂ ਹੈ। ਬੱਚਾ ਨੀਚੇ ਉਤਰਿਆ, ਮਾਂ ਕੋਲ ਗਿਆ। ਮਾਂ ਨੇ ਸਮਝਾਇਆ ਕਿ ਤੂੰ ਇੱਕ ਵਾਰੀ ਕਹਿ ਦੇ ਕਿ ਤੂੰ ਸਿੱਖ ਨਹੀਂ ਹੈ ਤੇ ਤੇਰੀ ਜਾਨ ਬਖਸ਼ੀ ਜਾਵੇਗੀ, ਬਾਹਰ ਆ ਕੇ ਫਿਰ ਸਿੱਖ ਬਣ ਜਾਵੀਂ। ਬੱਚਾ ਉੱਚੀ ਉੱਚੀ ਕੂਕ ਉੱਠਿਆ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਪੱਕਾ ਗੁਰੂ ਦਾ ਸਿੱਖ ਹਾਂ, ਮੈਂ ਸਿੱਖ ਹਾਂ ਤੇ ਸਿੱਖ ਕਦੇ ਝੂਠ ਨਹੀਂ ਬੋਲਦੇ। ਮੇਰੀ ਮਾਂ ਝੂਠ ਬੋਲਦੀ ਹੈ, ਇਹ ਮੇਰੀ ਮਾਂ ਨਹੀਂ ਹੈ, ਮੈਨੂੰ ਜਲਦੀ ਸ਼ਹੀਦ ਕਰੋ, ਮੈਂ ਗੁਰੂ ਚਰਨਾਂ ਵਿੱਚ ਜਾਣਾ ਹੈ। ਤੇ ਫਟੋਫਟ ਸ਼ਹੀਦੀ ਵਾਲੀ ਥਾਂ ਤੇ ਪਹੁੰਚ ਗਿਆ। ਜਲਾਦ ਤੇ ਦੇਖਣ ਵਾਲਿਆਂ ਵਾਸਤੇ ਸਿੱਖੀ ਦੀ ਇੱਕ ਨਵੀਂ ਮਿਸਾਲ ਸੀ ਜੀ। ਰਾਜ ਕਰੇਗਾ ਖਾਲਸਾ ਮੁਗਲ ਹਕੂਮਤ ਨੂੰ ਇੱਕ ਬਹੁਤ ਵੱਡਾ ਚੈਲੰਜ ਸੀ, ਇੱਕ ਬਹੁਤ ਵੱਡੀ ਚੁਣੌਤੀ ਸੀ। ਇਸ ਕਰਕੇ ਇਹ ਦੋਹਰਾ ਖਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੱਕੀ ਤੌਰ ਤੇ ਅਪਣਾ ਲਿਆ, ਜਿਸ ਨਾਲ ਸਿੱਖਾਂ ਨੂੰ ਸੰਘਰਸ਼ ਦੀ ਪ੍ਰੇਰਨਾ ਮਿਲਦੀ ਹੈ ਤੇ ਜਿਸ ਦੇ ਸਦਕਾ ਖਾਲਸਾ ਪੰਥ ਨੂੰ ਬੁਰੀ ਤਰ੍ਹਾਂ ਕੁਚਲਣ ਤੋਂ ਬਾਅਦ ਵੀ ਉਸ ਨੇ ਆਪਣੇ ਆਪ ਨੂੰ ਨਵਾਬ ਕਪੂਰ ਦੀ ਅਗਵਾਈ ਹੇਠ ਮੁੜ ਜਥੇਬੰਦ ਕਰ ਲਿਆ। ਇਹ ਜਥੇਬੰਦੀ ਨਾਦਰ ਸ਼ਾਹ ਦੇ ਹਮਲੇ ਤੱਕ 1738-39 ਤੱਕ ਜਿਹੜੀ ਇਤਨੀ ਪ੍ਰਭਾਵਸ਼ਾਲੀ ਹੋ ਗਈ ਕਿ ਨਾਦਰ ਸ਼ਾਹ ਵਰਗੇ ਜ਼ਾਲਮ ਨੇ ਵੀ ਕੰਨਾਂ ਨੂੰ ਹੱਥ ਲਗਾ ਦਿੱਤਾ ਤੇ ਜ਼ਕਰੀਆ ਖਾਨ ਨੂੰ ਖਬਰਦਾਰ ਰਹਿਣ ਲਈ ਇਹ ਚੇਤਾਵਨੀ ਦਿੱਤੀ ਕਿ ਇਹ ਕੌਮ ਇੱਕ ਦਿਨ ਇਸ ਧਰਤੀ ਦੀ ਜਿਹੜੀ ਆ ਮਾਲਿਕਾਨਾ ਹੋਵੇਗੀ ਤੇ ਇਸ ਧਰਤੀ ਦੀ ਜਿਹੜੀ ਮਾਲਕ ਹੋਵੇਗੀ। ਜਿਸ ਤਰ੍ਹਾਂ ਅਸੀਂ ਕੱਲ ਵੀ ਜਾਂ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜਾ ਆ ਰੋਹਿਤ ਜੀ ਆਪਾਂ ਗੱਲ ਕੀਤੀ ਸੀਗੀ, ਜਿਹੜਾ ਖਾਲਸਾ ਆ ਉਹ ਆਪਣਾ ਜਿਹੜਾ ਆ ਖੁਦ ਜਿਹੜਾ ਮੁਖਤਿਆਰ ਹੈ, ਖੁਦ ਖੁਦਾਵੰਦ ਹੈ। ਤੇ ਜੇ ਅਕਾਲ ਪੁਰਖ ਦੀ ਜਿਹੜੀ ਆ ਪੂਰੀ ਜਿਹੜੀ ਆ ਗੱਲ ਮੰਨਦਾ ਆ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੂਰੇ ਸਿਧਾਂਤ ਦੇ ਉੱਤੇ ਚੱਲਦਾ ਆ, ਤੇ ਪਰਮਾਤਮਾ ਤੇ ਬੰਦੇ ਦਾ ਫਿਰ ਜਿਹੜਾ ਆ ਬਿਲਕੁਲ ਵੀ ਜਿਹੜਾ ਆ ਮੇਲ ਜੋਲ ਸੇਮ ਹੈ। ਪਰ ਸਾਡੇ ਵਿੱਚ ਜਿਹੜੇ ਆ ਹੁਣ ਕਾਫੀ ਗਿਰਾਵਟ ਆ ਗਿਆ ਆ। ਅਸੀਂ ਆਪਣੀ ਸੋਚ ਜਿਹੜੀ ਆ ਅਸੀਂ ਵਿਪਰਨ ਕੀ ਰੀਤ ਵਾਲੀ ਜਿਹੜੀ ਆ ਸੋਚ ਆਪਣੇ ਵਿੱਚ ਜਿਹੜੀ ਆ ਉਹ ਧਾਰਨ ਕਰ ਲਈ ਆ, ਤੇ ਅਸੀਂ ਆਪਣੇ ਆਪ ਨੂੰ ਜਿਹੜਾ ਆ ਸਿੱਖ ਨਹੀਂ ਕਹਾਉਣਾ ਚਾਹੁੰਦੇ, ਪਰ ਸਿੱਖਾਂ ਵਾਲੀਆਂ ਗੱਲਾਂ ਜ਼ਰੂਰ ਕਰਦੇ ਆ। ਉਹ ਇਹ ਹੈ ਕਿ ਅਸੀਂ ਗੁਰਪੁਰਬ ਵੀ ਮਨਾ ਲੈਂਦੇ ਆ, ਤੇ ਅਸੀਂ ਜਿਹੜਾ ਆ ਸ਼ਹੀਦੀ ਦਿਹਾੜੇ ਵੀ ਮਨਾ ਲੈਂਦੇ ਆ, ਅਸੀਂ ਗੁਰੂਆਂ ਨੂੰ ਯਾਦ ਕਰ ਲੈਂਦੇ ਆ, ਲੰਗਰ ਲਾ ਲੈਂਦੇ ਆ, ਤੇ ਜਿਹੜਾ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੱਖੀ ਸਿਧਾਂਤ ਦੇ ਨਾਲ ਜੁੜੀਆਂ ਹੋਈਆਂ ਨੇ। ਪਰ ਜੇ ਉਸ ਦੀ ਗੱਲ ਜਿਹੜੀ ਆ ਮੰਨਣ ਵਾਲੀ, ਨਿਤਨੇਮ ਦੇ ਧਾਰਨੀ ਹੋਣਾ ਵੀ ਉੱਥੇ ਜ਼ਰੂਰੀ ਆ, ਜਿੱਥੇ ਸਾਨੂੰ ਮਹਾਰਾਜ ਨੇ ਆਪਣੇ ਮਨ ਦੀ ਮੈਲ ਉਤਾਰਨ ਵਾਸਤੇ, ਆਪਣੇ ਸਰੀਰਕ ਜਿਹੜੀ ਆ ਗਤੀਵਿਧੀ ਵਾਸਤੇ ਸੇਵਾ ਲਈ ਲਾਇਆ ਆ। ਮਨ ਨੂੰ ਨੀਵਾਂ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਕਿ ਹੇ ਮਨਾ, ਚਾਹੇ ਤੇਰੇ ਕੋਲ ਕਰੋੜਾਂ ਰੁਪਏ ਨੇ, ਇਹ ਮਨਾ ਤੇਰੇ ਕੋਲ ਚਾਹੇ ਲੱਖਾਂ ਰੁਪਏ ਨੇ, ਤੂੰ ਗੱਡੀ 'ਚੋਂ ਉਤਰਦਾ 10 ਬੰਦੇ ਤੇਰੀ ਗੱਡੀ ਦਾ ਦਰਵਾਜ਼ਾ ਖੋਲ੍ਹਣ ਵਾਸਤੇ ਖੜ੍ਹੇ ਨੇ। ਜੇ ਤੂੰ ਹਵਾਈ ਜਹਾਜ਼ ਦੇ ਵਿੱਚੋਂ ਉਤਰਦਾ ਆ ਤਾਂ 10 ਬੰਦੇ ਤੇਰਾ ਸਵਾਗਤ ਕਰਨ ਨੂੰ ਖੜ੍ਹੇ ਨੇ। ਪਰ ਇੱਕ ਗੱਲ ਯਾਦ ਰੱਖੀ, ਜੇ ਗੁਰੂ ਦੀ ਸੰਗਤ ਵਿੱਚ ਆ ਕੇ ਸੇਵਾ ਕਰੇਗਾ, ਗੁਰੂ ਦੀ ਪੰਗਤ ਵਿੱਚ ਆ ਕੇ ਜੇ ਲੰਗਰ ਛਕੇਗਾ, ਸਭ ਨੂੰ ਬਰਾਬਰ ਸਮਝੇਗਾ, ਤਾਂ ਤੇਰੀ ਇੱਥੇ ਜਿਹੜੀ ਆ ਹਾਜ਼ਰੀ ਪ੍ਰਵਾਨ ਹੋਣੀ ਆ। ਇਹ ਨਹੀਂ ਹੈ
ਕਿ ਜੇ ਤੂੰ ਤੇਰੇ ਕੋਲ ਕਰੋੜਾਂ ਰੁਪਏ ਨੇ ਤੇ ਗੁਰੂ ਦੀ ਗੋਲਕ ਦੇ ਵਿੱਚ ਆ ਕੇ ਤੂੰ ਲੱਖ ਰੁਪਈਆ ਪਾ ਦੇਵੇਂਗਾ, ਜਾਂ ਗੁਰੂ ਦੀ ਇਮਾਰਤਾਂ ਦੇ ਲਈ ਜਿਹੜਾ ਤੂੰ ਲੱਖ ਰੁਪਈਆ ਦਾਨ ਕਰ ਦੇਂਗਾ, 10 ਲੱਖ ਦੇ ਦੇਂਗਾ, ਜਾਂ ਕਿਸੇ ਪਿੰਡ ਦੇ ਵਿੱਚ ਗੁਰੂ ਘਰ ਜਿਹੜਾ ਆ ਉਸਾਰ ਦੇਵੇਂਗਾ, ਤੇ ਤੂੰ ਲੋਕਾਂ ਦੇ ਨਾਲ ਜਿਹੜੀਆਂ ਚੁਸਤ ਚਲਾਕੀਆਂ ਕਰਕੇ ਪੈਸਾ ਕਮਾਇਆ ਆ, ਤੈਨੂੰ ਕਦੇ ਵੀ ਜਿਹੜਾ ਇਹ ਰਾਸ ਨਹੀਂ ਆਉਣਾ ਤੇ ਤੈਨੂੰ ਇਸ ਦੀ ਜਿਹੜੀ ਆ ਕਦੀ ਵੀ ਜਿਹੜੀ ਆ ਮੁਆਫੀ ਨਹੀਂ ਬਖਸ਼ੀ ਜਾਏਗੀ। ਮਨ 'ਚ ਭਾਵ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ, ਬਿਲਕੁਲ। ਜਿੱਥੇ ਪ੍ਰਮਾਤਮਾ ਦਾ ਭਾਉ ਹੋਣਾ ਜ਼ਰੂਰੀ ਆ, ਉੱਥੇ ਭਾਉ ਵੀ ਹੋਣਾ ਜ਼ਰੂਰੀ ਆ। ਇਹ ਗੱਲ ਸਾਨੂੰ ਜਿਹੜੀ ਆ ਉਹ ਸੋਚ ਲੈਣੀ ਚਾਹੀਦੀ ਆ, ਤੇ ਉਸ ਦੀ ਇਹ ਗੱਲ ਜਿਹੜੀ ਆ ਸੋਚੀ ਗਈ, ਜਿਹੜੀ ਆ ਉਹ ਸੱਚੀ ਹੋ ਗਈ। ਤੇ ਖਾਲਸੇ ਨੇ ਮਿਸਲਾਂ ਦੀ ਅਗਵਾਈ ਹੇਠ ਜਿਹੜਾ ਆ 1565 ਵਿੱਚ ਲਾਹੌਰ, ਹਾਂਜੀ 1765 ਵਿੱਚ, ਥੋੜਾ ਪਿੱਛੇ ਚਲੇ ਗਿਆ ਸੀ ਮੈਂ, 1765 ਵਿੱਚ ਲਾਹੌਰ ਤੇ ਕਬਜ਼ਾ ਕੀਤਾ। ਖਾਲਸਾ ਪੰਥ ਬੰਦਾ ਬਹਾਦਰ ਨਾਲ ਇਤਨਾ ਜਿਹੜਾ ਜੁੜਿਆ ਹੋਇਆ ਸੀ ਕਿ ਉਸ ਤੋਂ ਬਾਅਦ ਉਸਨੇ ਸਿੱਕਿਆਂ ਤੇ ਮੋਹਰਾਂ ਤੇ ਜਿਹੜੀ ਆ ਇਬਾਰਤ ਜਿਹੜੀ ਆ ਰੱਖੀ, ਤੇ ਬੰਦਾ ਬਹਾਦਰ ਦੇ ਵਕਤ ਤੇ ਜਿਹੜੀ ਆ ਉਹ ਸੀਗੀ। ਤੇ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀਆਂ ਜਿਹੜੀਆਂ ਮਜ਼ਬੂਤੀ ਲਈ ਕਈ ਕਦਮ ਚੱਕੇ, ਮਜ਼ਬੂਤ ਜਿਹੜੀਆਂ ਨੇ ਉਹ ਪਿਰਤਾਂ ਪਾਈਆਂ, ਜਾਂ ਅਸੀਂ ਇਸ ਮਹਾਨ ਸਲਤਨਤ ਦੇ ਖਾਲਸੇ ਨੂੰ ਬਹੁਤ ਵੱਡਾ ਜਿਹੜਾ ਆ ਮਨੋਬਲ ਬਖਸ਼ਿਆ, ਤੇ ਜਿਸ ਦੇ ਸਿੱਟੇ ਵਜੋਂ ਜਿਹੜਾ ਆ 1839 ਤੱਕ ਜਿਹੜਾ ਖਾਲਸਾ ਰਾਜ ਦੇ ਕੇਸਰੀ ਨਿਸ਼ਾਨ ਕਾਬਲ ਦੀਆਂ ਜਿਹੜੀਆਂ ਸ਼ਾਹੀ ਇਮਾਰਤਾਂ ਉੱਤੇ ਜਿਹੜਾ ਆ ਝੂਲਿਆ ਜਾਣ ਲੱਗ ਪਿਆ। ਜੀ ਬਿਲਕੁਲ। ਤੇ ਵੱਖਰੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਤੇ ਮਜ਼ਬੂਤ ਰਾਜ ਉਹਨਾਂ ਦੀ ਮੌਤ ਤੋਂ ਬਾਅਦ ਘਰੋਗੀ ਫੁੱਟ ਕੋਈ ਯੋਗ ਲੀਡਰ ਨਾ ਹੋਣ ਕਰਕੇ ਤੇ ਡੋਗਰਿਆਂ ਦੇ ਲਾਲਚ ਨੇ ਅਗਲੇ 10 ਸਾਲਾਂ ਵਿੱਚ ਢਹਿ ਢੇਰੀ ਕਰ ਦਿੱਤਾ। ਜੀ ਅੰਗਰੇਜ਼ ਬੜੀ ਸ਼ਾਤਰ ਕੌਮ ਸੀ। ਮੁਗਲਾਂ ਨੇ ਸਿੱਖਾਂ ਨੂੰ ਤਲਵਾਰ ਨਾਲ ਮਾਰਿਆ ਹੈ, ਪਰ ਅੰਗਰੇਜ਼ਾਂ ਨੇ ਸਿੱਖਾਂ ਦੀਆਂ ਜੜ੍ਹਾਂ ਪੁੱਟੀਆਂ ਹਨ। ਉਸਨੇ ਖਾਲਸੇ ਨੂੰ ਖਾਲਸੇ ਦੇ ਹੱਥੋਂ ਮਰਵਾਇਆ। ਉਹਨਾਂ ਨੇ ਸਿੱਖ ਸਭਾ ਦੇ ਨਾਂ ਹੇਠ ਇੱਕ ਐਸੀ ਲਹਿਰ ਚਲਾਈ ਜਿਸ ਨੇ ਪਹਿਲਾਂ ਤਾਂ ਰਾਜ ਕਰੇਗਾ ਖਾਲਸਾ ਦਾ ਉਚਾਰਨ ਬੰਦ ਕਰਵਾ ਦਿੱਤਾ, ਖਾਲਸੇ ਦੇ ਅਰਥ ਸ਼ੁੱਧ ਤੇ ਨਿਰਮਲ ਵਿਅਕਤੀ ਕੀਤੇ। ਸਿੰਘ ਸਭਾ ਨੇ ਆਪਣੇ ਐਲਾਨ ਵਿੱਚ ਖੁੱਲ੍ਹੇ ਤੌਰ ਤੇ ਕਿਹਾ ਕਿ ਮਲਕਾ ਬਰਤਾਨੀਆ ਹੀ ਸਾਡੀ ਮਾਤਾ ਹੈ। ਮਾਤਾ ਸਾਹਿਬ ਕੌਰ ਨੂੰ ਤਿਲਾਂਜਲੀ ਦੇ ਦਿੱਤੀ। ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ। ਬਰਤਾਨਵੀ ਰਾਜ ਨੂੰ ਹੀ ਖਾਲਸਾ ਰਾਜ ਦੱਸਿਆ। ਸਿੱਖਾਂ ਤੇ ਐਸਾ ਜਾਲ ਵਿਛਾਇਆ ਜਿਸ ਨੂੰ ਸਿੰਘ ਅੱਜ ਤੱਕ ਸਮਝ ਨਹੀਂ ਸਕੇ। ਬੇਸ਼ੱਕ ਇਹ ਦੋਹਰਾ 1920 ਤੋਂ ਬਾਅਦ ਫਿਰ ਅਰਦਾਸ ਵਿੱਚ ਉਚਾਰਨਾ ਸ਼ੁਰੂ ਕਰ ਦਿੱਤਾ, ਪਰ ਅੱਜ ਵੀ ਸਿੱਖ ਇਸ ਇਤਿਹਾਸਕ ਦੋਹਰੇ ਦੀ ਇਤਿਹਾਸਕ ਮਹੱਤਤਾ ਨੂੰ ਨਹੀਂ ਸਮਝ ਸਕੇ। ਇਹ ਦੋਹਰਾ ਇੱਕ ਰੂਟੀਨ ਦੀ ਤਰ੍ਹਾਂ ਪੜ੍ਹਿਆ ਜਾਂਦਾ ਹੈ। ਇਸ ਦੀ ਮਹੱਤਤਾ ਤੋਂ ਬਹੁਤ ਲੋਕ ਅਣਜਾਣ ਹਨ। ਵਰਤਮਾਨ ਸਮਾਜਿਕ ਵੰਡਿਆਂ ਨੂੰ ਖਾਲਸਾ ਰਾਜ ਨਹੀਂ ਖਤਮ ਕਰਨਾ ਹੈ। ਇਸ ਲਈ ਇਹ ਅਰਦਾਸ ਹਰ ਸਿੱਖ ਨੂੰ ਦਿਲੋਂ ਨਿਸ਼ਚਾ ਰੱਖ ਕੇ ਵਿਸ਼ਵਾਸ ਨਾਲ ਉਸ ਅਕਾਲ ਪੁਰਖ ਅੱਗੇ ਅਰਜ਼ੋਈ ਵਜੋਂ ਪੜ੍ਹਨਾ ਚਾਹੀਦਾ ਹੈ। ਜੇ ਸਿੱਖ ਰਾਜ ਮੁੜ ਆ ਜਾਏ ਤਾਂ ਕਿਸ ਸਿੱਖ ਦਾ ਫਕਰ ਨਾਲ ਸਿਰ ਉੱਚਾ ਨਹੀਂ ਹੋਵੇਗਾ। ਪਰ ਜੋ ਅੱਜ ਕੱਲ੍ਹ ਦੇ ਹਾਲਾਤ ਹਨ, ਜੋ ਰਾਜਨੀਤੀ ਚੱਲ ਰਹੀ ਹੈ, ਬਸ ਇਹ ਡਰ ਲੱਗਦਾ ਕਿ ਜਿਨ੍ਹਾਂ ਸਿੱਖਾਂ ਨੇ ਦੂਸਰਿਆਂ ਨੂੰ ਇੱਜ਼ਤ ਮਾਣ ਨਾਲ ਜੀਣਾ ਸਿਖਾਇਆ, ਦੂਜਿਆਂ ਦੀ ਹੱਕਾਂ ਦੀ ਰਾਖੀ ਕੀਤੀ, ਜੀ ਜ਼ੋਰ ਜ਼ੁਲਮ ਤੋਂ ਬਚਾਇਆ, ਉਹਨਾਂ ਨੂੰ ਸਿਰ ਨੀਵਾ ਕਰਕੇ ਨਾ ਚੱਲਣਾ ਪਵੇ। ਬਿਲਕੁਲ ਜੀ, ਬਿਲਕੁਲ। ਕੁਛ ਇਸੇ ਤਰ੍ਹਾਂ ਦਾ ਜਿਹੜਾ ਆ ਇਹ ਇਤਿਹਾਸ ਸੀਗਾ ਕਿ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਜੀ। ਇਹ ਅਰਦਾਸ ਦੇ ਵਿੱਚ ਜਿਹੜਾ ਆ ਰੂਹੀ ਜੀ ਜੋੜਿਆ ਗਿਆ ਆ। ਸਾਨੂੰ ਵੀ ਸੱਚੇ ਮਨੋਂ ਜਿਹੜੀ ਆ ਅੱਜ ਇਹ ਅਰਦਾਸ ਕਰਨ ਦੀ ਲੋੜ ਹੈ। ਜੋ ਸਾਡਾ ਇਸ ਸਮੇਂ ਦੌਰ ਚੱਲਦਾ ਆ, ਮੈਨੂੰ ਲੱਗਦਾ ਕਿ ਅੱਜ ਸਾਡੇ ਵਿੱਚ ਜਿਹੜਾ ਆ ਸਰੀਰਕ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇੱਥੇ ਲੋੜ ਹੈ, ਪਰ ਹਾਲਾਤ ਉਹੀ ਨੇ। ਸਮਝ ਸਕਦੇ ਹੋ ਨਾ ਕਿ ਹਰ ਇੱਕ ਪਾਸੋਂ ਜਿਹੜਾ ਆ ਸਾਨੂੰ ਉਦੋਂ ਤਾਂ ਸਿਰਫ ਸਾਡੇ ਜਿਹੜਾ ਆ ਮਗਰ ਸਿਰਫ ਪਏ ਸੀਗੇ ਕਿ ਮੁਗਲ ਸੀਗੇ ਕਿ ਉਹ ਸਿਰਫ ਧਰਮ ਪਰਿਵਰਤਨ ਕਰਾਉਣਾ ਚਾਹੁੰਦੇ ਸੀ, ਤੇ ਅੱਜ ਸਾਡੇ ਪਿੱਛੇ ਮਹਿੰਗਾਈ, ਭ੍ਰਿਸ਼ਟਾਚਾਰ, ਹਿੰਦੂਤਵੀ ਸੋਚ ਤੇ ਇਹ ਲੀਡਰ ਜਿਹੜੇ ਨੇ ਹੱਥ ਧੋ ਕੇ ਪਏ ਹੋਏ ਨੇ। ਜੇ ਸਾਨੂੰ ਇੱਕ ਤੋਂ ਛੁਟਕਾਰਾ ਮਿਲਦਾ ਆ ਤਾਂ ਦੂਜੇ, ਜੇ ਧਾਰਮਿਕ ਪੱਖ ਤੋਂ ਗੱਲ ਕਰੀਏ, ਅਸੀਂ ਸਾਡੇ ਮਨ ਨੂੰ ਜਿਹੜੇ ਨੇ 5 ਵਿਕਾਰ ਜੁੜੇ ਨੇ, ਕਾਮ, ਕ੍ਰੋਧ, ਲੋਭ, ਅਹੰਕਾਰ, ਈਰਖਾ, ਤੇ ਇਸੇ ਤਰ੍ਹਾਂ ਦੁਨਿਆਵੀ ਜੇ ਅਸੀਂ ਸਮਾਜਿਕ ਤੌਰ ਤੇ ਗੱਲ ਕਰੀਏ ਤਾਂ ਸਾਡੇ ਨਾਲ ਜਿਹੜੇ ਨੇ ਇਹ 5 ਵਿਕਾਰ ਜਿਹੜੇ ਨੇ ਸਾਨੂੰ ਜਕੜ ਕੇ ਰੱਖੇ ਹੋਏ ਹਨ। ਤੇ 5 ਨਹੀਂ, ਮੈਂ ਕਹਿੰਦਾ ਕਿ ਵੱਧਦੇ ਨੇ। ਚਾਹੇ ਉਹ ਹਿੰਦੂਤਵੀ ਸੋਚ ਹੋਵੇ, ਧਰਮ ਪਰਿਵਰਤਨ ਕਰਾਉਣ ਦੀ ਗੱਲ ਕਰਦੀ ਹੋਵੇ, ਚਾਹੇ ਉਹ ਸਾਡੇ ਸਿਆਸੀ ਲੀਡਰ ਹੋਣ, ਚਾਹੇ ਉਹ ਭ੍ਰਿਸ਼ਟਾਚਾਰ ਹੋਵੇ, ਨਸ਼ਾ ਹੋਵੇ, ਚਾਹੇ ਉਹ ਜਿਹੜਾ ਆ ਬੇਰੁਜ਼ਗਾਰੀ ਹੋਵੇ, ਤੇ ਚਾਹੇ ਜਿਹੜਾ ਆ ਸਾਡੇ ਆਪਸੀ ਜਿਹੜੇ ਨੇ ਉੰਜਲਮੇ ਜਿਹੜੇ ਨੇ ਰਿਸ਼ਤੇ ਨੇ, ਤੇ ਸਾਨੂੰ ਇਹਨਾਂ ਤੋਂ ਬਚਣਾ ਚਾਹੀਦਾ। ਤੇ ਪ੍ਰਮਾਤਮਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ। ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ, ਤੁਸੀਂ ਆਪਣੀ ਰਹਿਮਤ ਵਰਤਾਓ। ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਤੇ ਜਿਹੜਾ ਸਾਡਾ ਹੁਣ ਦਾ ਪ੍ਰੋਗਰਾਮ ਹੈ ਉਹ ਹੈਗਾ ਆ ਕਿ ਅਖਬਾਰ ਹਾਜ਼ਰ ਹੈ, ਤੇ ਦੇਸ਼ ਵਿਦੇਸ਼ ਵਿੱਚ ਹੋ ਰਹੀਆਂ ਘਟਨਾਵਾਂ, ਸੁਰਖੀਆਂ ਸਾਨੂੰ ਕੀ ਕਹਿੰਦੀਆਂ ਨੇ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਸ਼ਮੂਲੀਅਤ ਕਰਾਂਗੇ।
ਕਾਲਰ ਤੇ ਉਸ ਤੋਂ ਪਹਿਲਾਂ ਜਿਹੜਾ ਆ ਸਾਡੇ ਨਾਲ ਕਾਲਰ ਕਾਲ ਤੇ ਨੇ, ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਸੰਗਤ ਲਾਈਵ 'ਚ ਤੁਹਾਡਾ ਸਵਾਗਤ, ਆਪਣਾ ਨਾਮ ਦੱਸੋ ਜੀ। ਬੀਬਾ ਗਰੋਵਰ ਜੀ ਤੁਹਾਨੂੰ ਤੇ ਗਗਨਦੀਪ ਸਿੰਘ ਜੀ ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੁੱਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭੁੱਗਲ ਸਾਹਿਬ, ਕੀ ਹਾਲ ਚਾਲ ਤੁਹਾਡਾ? ਜੀ ਬਿਲਕੁਲ ਚੜ੍ਹਦੀ ਕਲਾ, ਦੁਆਵਾਂ ਨੇ ਤੁਹਾਡੀਆਂ। ਪ੍ਰੋਗਰਾਮ ਤੁਹਾਡੇ ਦੇਖ ਰਹੇ, ਗਦਗਦ ਹੋ ਰਹੇ ਆ, ਚਾਹ ਪੀ ਕੇ ਹਟਿਆ ਤੇ ਨਾਲੇ ਪ੍ਰੋਗਰਾਮ ਸੁਣਿਆ ਤੇ ਬਹੁਤ ਖੁਸ਼ੀ ਹੋਈ ਦਿਲ ਨੂੰ। ਫਿਰ ਰਿਹਾ ਨਹੀਂ ਜਾਂਦਾ ਪਈ, ਚਲੋ ਯਾਰੋ ਹਾਜ਼ਰੀ ਭਰੀਏ। ਤੇ ਭੋਗਲ ਸਾਹਿਬ ਜੀ, ਅੱਜ ਮੇਰਾ ਮਨ ਕਰਦਾ ਕਿ ਅੱਜ ਅਸੀਂ ਤੁਹਾਡੇ ਨਾਲ ਬਹਿ ਕੇ ਚਾਹ ਪੀਏ। ਆਓ ਜਦ ਆ ਜਾਓ, ਜਦ ਮਰਜੀ ਆਓ ਤੁਸੀਂ, ਤੁਹਾਡੇ ਵਾਸਤੇ ਦਰਵਾਜ਼ਾ ਇਸ ਖੁੱਲਾ, ਤੁਹਾਡੇ ਵਾਸਤੇ, ਤੁਹਾਡਾ ਆਪਣਾ ਘਰ ਆ, ਜਦ ਮਰਜੀ ਆਓ। ਬਿਲਕੁਲ ਜੀ, ਧੰਨਵਾਦ ਵੀ ਬਹੁਤ ਬਹੁਤ। ਜਦ ਮਰਜੀ ਆਓ, ਅਸੀਂ ਤਿਆਰ ਹਾਂ ਤੁਹਾਨੂੰ ਲੈਣ ਵਾਸਤੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਬਾਕੀ ਅੱਜ ਗਗਨਦੀਪ ਸਿੰਘ ਜੀ ਤੁਸੀਂ ਗੱਲ ਠੀਕ ਕੀਤੀ ਹੈ, ਤੇ ਮੈਂ ਤੇ ਆਪ ਕਹਿਣਾ ਹੁੰਨਾ ਵੀ ਜਦੋਂ ਗੱਲਬਾਤ ਸ਼ੁਰੂ ਕਰੀਏ ਤੇ ਸਮਾਂ ਤੇ ਪਰ ਲਾ ਕੇ ਉੱਡ ਜਾਂਦਾ, ਪਤਾ ਹੀ ਨਹੀਂ ਲੱਗਦਾ। ਬਿਲਕੁਲ ਜੀ ਬਿਲਕੁਲ। ਤੁਸੀਂ ਅੱਜ ਖਾਲਸੇ ਦੀ ਗੱਲ ਕੀਤੀ ਹੈ, ਦੇਖੋ ਖਾਲਸਾ ਮੈਂ ਬੜੀ ਸ਼ਾਰਟ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ, ਗੱਲ ਉਹੀ ਆ ਫਿਰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਗਿਆ। ਖਾਲਸੇ ਦਾ ਭਾਵ ਹੁੰਦਾ ਮਿਲਾਵਟ ਤੋਂ ਰਹਿਤ ਹੋਵੇ, ਤੇ ਇੱਕ ਇਹਦਾ ਭਾਵ ਆ। ਤੇ ਦੂਸਰਾ ਭਾਵ ਹੁੰਦਾ ਵੀ ਉਹ ਜ਼ਮੀਨ ਜਿਹੜੀ ਸਿੱਧੀ ਰਾਜੇ ਦੇ ਅਧੀਨ ਹੋਵੇ। ਤੇ ਤੀਸਰਾ ਮਤਲਬ ਖਾਲਸੇ ਦਾ ਉਹ ਹੁੰਦਾ ਜਿਹੜਾ ਅਕਾਲ ਪੁਰਖ ਦਾ ਪੁਜਾਰੀ ਹੋਵੇ, ਹੋਰ ਕਿਸੇ ਦਾ ਪੁਜਾਰੀ ਨਹੀਂ ਹੁੰਦਾ ਖਾਲਸਾ। ਨਾ ਉਹ ਬੁੱਤ ਪੂਜਕ ਹੁੰਦਾ, ਨਾ ਉਹ ਕਰਮਾਂ ਕਾਂਡਾਂ ਨੂੰ ਮੰਨਦਾ, ਨਾ ਉਹ ਵਹਿਮਾਂ ਭਰਮਾਂ ਨੂੰ ਮੰਨਦਾ, ਨਾ ਕਿਸੇ ਹੋਰ ਚੀਜ਼ ਨੂੰ ਮੰਨਦਾ। ਉਹ ਸਿੱਧਾ ਅਕਾਲ ਪੁਰਖ ਦਾ ਪੁਜਾਰੀ ਹੁੰਦਾ। ਇਹ ਖਾਲਸੇ ਦੇ ਗੁਣ ਨੇ। ਤੇ ਖਾਲਸੇ ਦੀ ਤਾਸੀਰ ਕਿਹੋ ਜਿਹੀ ਹੁੰਦੀ ਆ, ਉਹ ਮੈਂ ਤੁਹਾਨੂੰ ਦੱਸਣ ਲੱਗਾ ਸ਼ਾਰਟ ਦੇ ਵਿੱਚ। ਉਹ ਖਾਲਸੇ ਦੀ ਤਾਸੀਰ ਹੁੰਦੀ ਆ ਪਾਣੀ ਵਰਗੀ। ਹੁਣ ਤੁਸੀਂ ਸੋਚਿਓ, ਮੇਰੇ ਭੈਣ ਭਰਾ ਜਿਹੜੇ ਬੈਠੇ ਨੇ ਘਰਾਂ ਦੇ ਵਿੱਚ ਸੁਣਦੇ ਨੇ ਪ੍ਰੋਗਰਾਮ, ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ, ਗੁਰਬਾਣੀ ਦੀ ਰੋਸ਼ਨੀ ਵਿੱਚ ਇਹ ਦੱਸਣ ਲੱਗਾ, ਮੈਂ ਕੋਲੋਂ ਕੁਝ ਨਹੀਂ ਕਹਿੰਦਾ, ਮੈਂ ਤੇ ਮੇਰੀ ਕੀ ਔਕਾਤ ਹੈ। ਪਾਣੀ ਵਰਗ ਖਾਲਸੇ ਦੇ ਜਿਹੜਾ ਗੁਣ ਨੇ, ਖਾਲਸੇ ਦੀ ਤਾਸੀਰ ਹੈ, ਉਹ ਪਾਣੀ ਵਰਗੀ ਹੁੰਦੀ ਆ ਜਾਂ ਹੋਣੀ ਚਾਹੀਦੀ ਆ। ਉਹ ਖਾਲਸਾ ਆ। ਉਹਦੀ ਤਾਸੀਰ ਕਿਹੜੀ ਆ? ਦੇਖੋ, ਪਾਣੀ ਵਰਗੀ ਵਿਸ਼ਾਲਤਾ ਹੁੰਦੀ ਖਾਲਸੇ ਵਿੱਚ, ਪਾਣੀ ਵਰਗੀ ਪਵਿੱਤਰਤਾ, ਪਾਣੀ ਵਰਗੀ ਸ਼ੀਤਲਤਾ, ਪਾਣੀ ਵਰਗੀ ਨਿਮਰਤਾ ਤੇ ਪਾਣੀ ਵਰਗੀ ਨਿਰਮਾਣਤਾ। ਵਾਹਿਗੁਰੂ। ਇਹ ਪਾਣੀ ਵਰਗੀ ਤਾਸੀਰ ਹੁੰਦੀ ਖਾਲਸੇ ਦੀ, ਤਾਂ ਉਹ ਖਾਲਸਾ ਇਸ ਡੈਫੀਨੇਸ਼ਨ ਦੇ ਵਿੱਚ, ਇਸ ਪਰਿਭਾਸ਼ਾ ਦੇ ਵਿੱਚ ਆ ਸਕਦਾ, ਨਹੀਂ ਤੇ ਨਹੀਂ ਆ ਸਕਦਾ। ਬਿਲਕੁਲ ਜੀ ਬਿਲਕੁਲ। ਪਹਿਲਾਂ 3 ਗੁਣ ਦੱਸੇ ਨੇ, ਫਿਰ ਖਾਲਸੇ ਦੀ ਪਾਣੀ ਵਰਗੀ ਤਾਸੀਰ ਉਹਦੇ ਵਿੱਚ ਵਿਸ਼ਾਲਤਾ, ਪਵਿੱਤਰਤਾ, ਸ਼ੀਤਲਤਾ, ਨਿਮਰਤਾ ਤੇ ਨਿਰਮਾਣਤਾ। ਬਿਲਕੁਲ ਜੀ ਬਿਲਕੁਲ। ਤੇ ਇਹ ਖਾਲਸਾ ਜਦੋਂ ਰਾਜ ਕਰੇਗਾ, ਖਾਲਸਾ ਬਿਲਕੁਲ ਰਾਜ ਹੁੰਦਾ ਜਦੋਂ ਖਾਲਸਾ ਰਾਜ ਹੋਵੇ, ਖਾਲਸਾ ਬਣਿਆ ਹੋਵੇ, ਮਨੁੱਖਤਾ ਦੇ ਵਿੱਚ ਖਾਲਸਾ ਗੁਣ ਹੋਣ, ਖਾਲਸੇ ਵਾਲੀ ਤਾਸੀਰ ਹੋਵੇ, ਤੇ ਫਿਰ ਰਾਜ ਹੁੰਦਾ ਹੀ ਹੁੰਦਾ ਹੈ। ਬਿਲਕੁਲ ਜੀ ਬਿਲਕੁਲ। ਕੋਈ ਉਹਨੂੰ ਮਿਟਾ ਨਹੀਂ ਸਕਦਾ। ਜੀ ਹੈਲੋ। ਹਾਂਜੀ 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 ਹਾਂਜੀ, ਆਪਣੇ ਗਗਨਦੀਪ ਸਿੰਘ ਜੀ, ਜੇ ਤੁਹਾਡੇ ਕੋਲ ਅੱਧਾ ਕੁ ਮਿੰਟ ਮੈਂ ਲੈ ਲਵਾਂ। ਬਿਲਕੁਲ ਜੀ, ਜ਼ਰੂਰ ਜੀ ਜ਼ਰੂਰ ਜੀ। ਲਓ, ਮੈਂ ਖਾਲਸੇ ਦੀ ਵਿਲੱਖਣਤਾ ਆਪਣੀ ਕਲਮ ਦੇ ਨਾਲ, ਸ਼ਬਦਾਵਲੀ ਜ਼ਰੂਰ, ਸ਼ੈਲੀ ਤੇ ਸ਼ਬਦਾਵਲੀ ਜ਼ਰੂਰ ਮੇਰੀ ਆ, ਪਰ ਲੇਕਿਨ ਇਹਦੇ ਵਿੱਚ ਸੰਦੇਸ਼, ਆਦੇਸ਼, ਉਪਦੇਸ਼ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਹੋਏਗਾ। ਜ਼ਰੂਰ ਜੀ ਜ਼ਰੂਰ ਜੀ। ਖਾਲਸੇ ਦੀ ਵਿਲੱਖਣਤਾ, ਅੱਜ ਖਾਲਸੇ ਤੇ ਗੱਲ ਕੀਤੀ ਤੁਸੀਂ, ਮੈਂ ਵਿਸ਼ੇ ਤੋਂ ਬਾਹਰ ਨਹੀਂ ਜਾਂਦਾ। ਹਾਂਜੀ। ਲਿਖਿਆ ਬਈ ਆਲਮੀ ਬਾਦਸ਼ਾਹ ਸੀਮਤ ਤੇ ਸੀਮਤ ਵਡਿਆਈ ਉਹਦੀ, ਸੱਚੇ ਪਾਤਸ਼ਾਹ ਦੀ ਆਨ ਤੇ ਸ਼ਾਨ ਵੱਖਰੀ। ਓਏ ਖਾਲਸਾ ਪ੍ਰਗਟਿਆ ਖੰਡੇ ਦੀ ਧਾਰ ਵਿੱਚੋਂ, ਤਾਈਓ ਜੱਗ ਤੋਂ ਇਹਦੀ ਪਹਿਚਾਨ ਵੱਖਰੀ। ਬਿਲਕੁਲ ਜੀ। ਜਦੋਂ ਮਾਲਕ ਮੌਜ ਵਿੱਚ ਆ ਕੇ ਸਿਰਜੇ ਪੰਥ ਆਪਣਾ, ਜਦੋਂ ਮਾਲਕ ਮੌਜ ਵਿੱਚ ਆ ਕੇ ਸਿਰਜੇ ਪੰਥ ਆਪਣਾ, ਉਹਨੂੰ ਕਹਿੰਦੇ ਨੇ ਉਸ ਦੀ ਮੌਜ ਵੱਖਰੀ। ਓਏ ਉਹਦੇ ਵਾਂਗ ਹੀ ਨਿਰਭੈ ਨਿਰਵੈਰ ਜਿਹੜੀ ਅਕਾਲ ਪੁਰਖ ਦੀ ਹੁੰਦੀ, ਉਹ ਫੌਜ ਵੱਖਰੀ। ਵਾਹਿਗੁਰੂ। ਬਈ ਗੁਰੂ, ਸ਼ੁਕਰੀਆ ਬਈ ਗੁਰੂ ਖਾਲਸੇ ਦਾ ਧਰਮ ਅਤੇ ਸਿਧਾਂਤ ਵੱਖਰਾ। ਗੁਰੂ ਖਾਲਸੇ ਦਾ ਧਰਮ ਅਤੇ ਸਿਧਾਂਤ ਵੱਖਰਾ, ਬਾਕੀ ਦੁਨੀਆ ਤੋਂ ਇਹਦੀ ਜੀਵਨ ਚਾਲ ਵੱਖਰੀ। ਨਾਲੇ ਚੇਲਾ ਤੇ ਨਾਲੇ ਗੁਰੂ ਹੈ ਗੁਰੂ ਜੀ ਦਾ, ਸਾਰੇ ਜਹਾਨ ਤੋਂ ਇਹਦੀ ਮਿਸਾਲ ਵੱਖਰੀ। ਵਾਹਿਗੁਰੂ। ਔਰ ਦੁਨੀਆ ਮੰਨਦੀ ਹੈ ਵੱਖਰੀ। ਬਿਲਕੁਲ ਜੀ ਬਿਲਕੁਲ। ਗੁਰੂ ਖਾਲਸੇ ਦਾ ਧਰਮ ਅਤੇ ਸਿਧਾਂਤ ਵੱਖਰਾ, ਬਾਕੀ ਦੁਨੀਆ ਤੋਂ ਇਹਦੀ ਜੀਵਨ ਚਾਲ ਵੱਖਰੀ। ਓਏ ਨਾਲੇ ਚੇਲਾ ਤੇ ਨਾਲੇ ਗੁਰੂ ਹੈ ਗੁਰੂ ਜੀ ਦਾ, ਸਾਰੇ ਜਹਾਨ ਤੋਂ ਇਹਦੀ ਮਿਸਾਲ ਵੱਖਰੀ। ਬਈ ਜਿਹੜਾ ਬਿਨਾਂ ਅਕਾਲ ਤੋਂ ਝੁਕੇ ਨਾ ਕਿਸੇ ਅੱਗੇ,
ਜਿਹੜਾ ਬਿਨਾ ਅਕਾਲ ਤੋਂ ਝੁਕੇ ਨਾ ਕਿਸੇ ਅੱਗੇ, ਉਸ ਪੰਥ ਦੀ ਹੁੰਦੀ ਤਸਵੀਰ ਵੱਖਰੀ। ਓਏ ਅਣਖ ਨਾਲ ਜਿਉਣ ਤੇ ਮਰਨ ਜਿਹੜੇ, ਉਹਨਾਂ ਸੂਰਿਆਂ ਦੀ ਹੁੰਦੀ ਤਸਵੀਰ ਵੱਖਰੀ। ਬਿਲਕੁਲ ਜੀ ਬਿਲਕੁਲ। ਜਿਹੜੇ ਅੜੇ ਸੋ ਝੜੇ ਇਸ ਫੌਜ ਅੱਗੇ, ਲੋਕਾਂ ਤੱਕੀ ਸੀ ਇਹਦੀ ਤਾਸੀਰ ਵੱਖਰੀ। ਦਲੀਆ ਹੋਣ ਨੂੰ ਲੱਗਦੀ ਨਾ ਦੇਰ ਬਹੁਤੀ, ਜਦੋਂ ਰਹਿੰਦੇ ਸੀ ਦੁਖੀ ਖੀਰ ਵੱਖਰੀ। ਵਾਹਿਗੁਰੂ ਵਾਹਿਗੁਰੂ। ਆਖਰੀ ਦੋ ਲਾਈਨਾਂ ਨੇ ਗਗਨਦੀਪ ਸਿੰਘ ਜੀ, ਬਈ ਸਦਾ ਤਿਆਰ ਪਰ ਤਿਆਰ ਰਹਿਣਾ ਹੈ ਲਕਸ਼ ਇਹਦਾ। ਸਦਾ ਤਿਆਰ ਪਰ ਤਿਆਰ ਰਹਿਣਾ ਹੈ ਲਕਸ਼ ਇਹਦਾ, ਦੂਜਿਆਂ ਨਾਲੋਂ ਤਾਈਆਂ ਰਫ਼ਤਾਰ ਵੱਖਰੀ। ਓਏ ਖਾਲਸਾ ਗੁਰੂ ਦਾ ਭੋਗਲ ਗੁਰੂ ਵਰਗਾ, ਇਸੇ ਕਰਕੇ ਇਹਦੀ ਗੁਫ਼ਤਾਰ ਵੱਖਰੀ। ਓਏ ਖਾਲਸਾ ਗੁਰੂ ਦਾ ਭੋਗਲ ਗੁਰੂ ਵਰਗਾ, ਇਸੇ ਕਰਕੇ ਇਹਦੀ ਗੁਫ਼ਤਾਰ ਵੱਖਰੀ। ਯਾਰੋ ਇਸੇ ਕਰਕੇ ਇਹਦੀ ਗੁਫ਼ਤਾਰ ਵੱਖਰੀ। ਗਗਨਦੀਪ ਸਿੰਘ ਜੀ, ਬੀਬਾ ਗਰੋਵਰ ਜੀ, ਤੁਸੀਂ ਬਹੁਤ ਵਧੀਆ ਦੱਸਿਆ। ਅੱਜ ਇਹ ਸਾਨੂੰ ਮੰਨ ਕੇ ਚੱਲਣਾ ਪਊਗਾ, ਜਦੋਂ ਮਨੁੱਖਤਾ ਦੇ ਵਿੱਚ ਖਾਲਸਾਈ ਗੁਣ ਆ ਗਏ ਤਾਂ ਉੱਥੇ ਕੋਈ ਰਾਜ ਨੂੰ ਕੋਈ ਮਿਟਾ ਨਹੀਂ ਸਕੇਗਾ, ਕੋਈ ਅੜ ਨਹੀਂ ਸਕੇਗਾ। ਜਿਹੜਾ ਅੜੇਗਾ ਉਹ ਚੜੇਗਾ। ਸਹੀ ਗੱਲ ਹੈ। ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੋਗਲ ਸਾਹਿਬ ਜੀ, ਬਹੁਤ ਬਹੁਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਜਿੱਥੇ ਜਿੱਥੇ ਤਰੁੱਟੀਆਂ ਰਹੀਆਂ ਨੇ ਉੱਥੇ ਭੋਗਲ ਸਾਹਿਬ ਜੀ ਨੇ ਆਪਣੀਆਂ ਜਿਹੜੀਆਂ ਨਜ਼ਮਾਂ ਦੇ ਨਾਲ, ਆਪਣੇ ਬੋਲਾਂ ਦੇ ਨਾਲ ਜਿਹੜਾ ਉਸ ਨੂੰ ਪੂਰਾ ਕਰ ਦਿੱਤਾ ਹੈ। ਤੇ ਅਸੀਂ ਵਧਾਂਗੇ ਹੁਣ ਅੱਜ ਦੀਆਂ ਜਿਹੜੀਆਂ ਸੁਰਖੀਆਂ ਤੇ ਉਹਨਾਂ ਦੇ ਖਬਰਾਂ ਦੇ ਵਿਸਤਾਰ ਦੇ ਨਾਲ। ਜਿਹੜੀ ਸਭ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਤੋਂ ਸੜਕਾਂ ਦਾ ਸਫ਼ਰ ਜਿਹੜਾ ਮਹਿੰਗਾ ਹੋਇਆ। ਨੈਸ਼ਨਲ ਹਾਈਵੇ ਤੇ ਵਧੇ ਟੋਲ ਰੇਟ ਤੇ ਅੱਜ ਤੋਂ ਜਿਹੜਾ ਆ ਸੜਕਾਂ ਦਾ ਸਫ਼ਰ ਮਹਿੰਗਾ ਹੋ ਗਿਆ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਟੋਲ ਰੇਟਾਂ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ। ਅੱਧੀ ਰਾਤ ਤੋਂ ਜਿਹੜੇ ਨੇ ਟੋਲ ਟੈਕਸਾਂ ਦੀਆਂ ਦਰਾਂ, ਯਾਨੀ ਕਿ ਰਾਤ ਦੇ 12 ਵਜੇ ਤੋਂ ਜਿਹੜੀਆਂ ਨੇ ਟੋਲ ਟੈਕਸ ਜਿਹੜੇ ਨੇ ਉਹ 10 ਰੁਪਏ ਦਾ ਜਿਹੜਾ ਵਾਧਾ ਕਮਰਸ਼ੀਅਲ ਗੱਡੀਆਂ ਤੇ 800 ਰੁਪਏ ਤੋਂ ਜ਼ਿਆਦਾ ਜਿਹੜਾ ਟੋਲ ਮਹਿੰਗਾ ਹੋਇਆ ਆ। ਜੀ ਸੰਗਤ ਲਾਈਵ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੈਲੋ। ਹਾਂਜੀ, ਅੱਜ ਬੰਦੇ ਬਹਾਦਰ ਦੀ ਅੱਜ ਲੋੜ ਏ। ਹਾਂਜੀ ਬਿਲਕੁਲ ਜੀ ਬਿਲਕੁਲ। ਅਗੇ ਦੇ ਮੁਗਲੇ ਆਂਦੇ, ਹੁਣ ਮੋਦੀ ਆ ਗਿਆ, ਅਮਿਤ ਸ਼ਾਹ ਆ ਗਿਆ, ਬਾਦਲ ਆ ਗਿਆ ਕੈਪਟਨ। ਬਿਲਕੁਲ ਜੀ ਬਿਲਕੁਲ ਜੀ। ਬਹੁਤ ਲੋੜ ਏ। ਹਾਂਜੀ ਪਾਲ ਸਿੰਘ ਜੀ, ਪਾਲ ਸਿੰਘ ਜੀ ਗੱਲ ਕਰਦੇ ਨੇ। ਹਾਂਜੀ 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 ਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਕਿਹਾ ਸੀਗਾ ਕਿ ਜੇ ਅਸੀਂ ਗੁਰਮਤਿ ਦੀ ਗੱਲ ਕਰੀਏ, ਸਾਡੇ ਜਿਹੜਾ ਮਨ ਦੇ ਨਾਲ 5 ਵਿਕਾਰ ਜੁੜੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਜੇ ਅਸੀਂ ਸਮਾਜਿਕ ਜਾਂ ਦੁਨਿਆਵੀ ਦੀ ਗੱਲ ਕਰੀਏ ਤਾਂ ਸਾਡੇ ਨਾਲ ਜਿਹੜਾ ਹਿੰਦੂਤਵੀ ਸੋਚ ਤੇ ਇਹ ਲੀਡਰ, ਜਾਂ ਅਸੀਂ ਇਹ ਕਹਿ ਦਈਏ ਕਿ ਜਿਹੜਾ ਭ੍ਰਸ਼ਟਾਚਾਰ, ਨਸ਼ਾ, ਬੇਰੁਜ਼ਗਾਰੀ, ਇਸ ਤਰ੍ਹਾਂ ਦੇ ਜਿਹੜੇ ਵਿਕਾਰ ਸਾਡੇ ਨਾਲ ਜੁੜੇ ਨੇ। ਤੇ ਸਾਨੂੰ ਜਿਹੜਾ ਆ ਸਰੀਰਕ ਤੌਰ ਤੇ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਉਹ ਹਲੇ ਵੀ ਸਾਡੇ ਵਿੱਚ ਹਾਜ਼ਰ ਨਾਜ਼ਰ ਨੇ। ਬਾਬਾ ਬੰਦਾ ਸਿੰਘ ਬਹਾਦਰ, ਜਿਸ ਦੀ ਅਰਦਾਸ ਕਰੀਏ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਚਾਹੇ ਉਹ ਸਿੰਘ ਸ਼ਹੀਦ ਹੋਣ, ਚਾਹੇ ਗੁਰੂ ਸਾਹਿਬਾਨ ਹੋਣ, ਚਾਹੇ ਭਗਤ ਸਾਹਿਬਾਨ ਹੋਣ, ਚਾਹੇ ਭੱਟ ਹੋਣ, ਸੋਈਏ, ਵੈਰਾਗੀ, ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਿਆਰ ਸਤਿਕਾਰ ਦੇ ਨਾਲ ਜਿਨ੍ਹਾਂ ਦੀ ਬਾਣੀ ਉਸ ਵਿੱਚ ਦਰਜ ਕੀਤੀ ਗਈ ਹੈ, ਜੇ ਅਸੀਂ ਉਹਨਾਂ ਨੂੰ ਅੱਜ ਵੀ ਇੱਕ ਅਰਦਾਸ ਸੱਚੇ ਮਨ ਦੇ ਨਾਲ ਕਰੀਏ ਤਾਂ ਹਾਜ਼ਰ ਨਾਜ਼ਰ ਨੇ। ਤੇ ਇਸ ਦੁਨੀਆ ਦਾ ਪਾਰ ਨਿਤਾਰਾ ਕਰਨ ਵਾਸਤੇ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਗਾਲੂਵਾਲੀਆ, ਜਾਂ ਅਸੀਂ ਕਹਿ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਜੀ, ਸਾਰਿਆਂ ਨੂੰ ਦੀ ਜਿਹੜੀ ਹਰ ਧਰਮ ਦੀ ਸਿੱਖਿਆ ਕੀਤੀ। ਇਕੱਲਾ ਮਤਲਬ ਸਿੱਖਾਂ ਦੇ ਹਰ ਧਰਮ ਦੀ ਸਿੱਖਿਆ। ਬਿਲਕੁਲ ਜੀ ਬਿਲਕੁਲ। ਖਾਲਸੇ ਨੇ, ਹਾਂਜੀ ਬਿਲਕੁਲ ਜੀ, ਖਾਲਸੇ ਨੇ ਹਰ ਧਰਮ ਦੀ ਜਿਹੜੀ ਆ ਉਹ ਰੱਖਿਆ ਹੀ ਕੀਤੀ ਹੈ, ਸਿੱਖਿਆ ਕੀਤੀ। ਹਰ ਇੱਕ ਨੂੰ ਜ਼ਮੀਨਾਂ ਦਵਾਈਆਂ, ਰਾਜ ਦਵਾਇਆ, ਕਿਸੇ ਨੂੰ ਧੱਕਾ ਨਹੀਂ ਕਰਾਇਆ। ਬਿਲਕੁਲ ਜੀ ਬਿਲਕੁਲ। ਹਾਂਜੀ ਬਿਲਕੁਲ ਜੀ ਬਿਲਕੁਲ। ਅੱਜ ਤਾਂ ਧੱਕਾ ਹੋ ਰਿਹਾ, ਕੋਈ ਕੁਛ ਕਰੀ ਕੁਛ। ਬਿਲਕੁਲ। ਸਤਿ ਸ੍ਰੀ ਅਕਾਲ, ਬਹੁਤ ਮਿਹਰਬਾਨੀ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਜੀ, ਸੁਣੀ। ਧੰਨਵਾਦ ਜੀ, ਬਹੁਤ ਬਹੁਤ ਪਾਲ ਸਿੰਘ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਦੀ ਜਿਹੜੀ ਹਾਜ਼ਰੀ ਲੱਗਦੀ ਹੈ ਤੇ ਸਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰਦੇ ਨੇ ਜੀ। ਤੇ ਜਿਹੜਾ ਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਦਰਾਂ ਵਿੱਚ 10% ਤੋਂ ਜਿਹੜਾ ਆ ਵੱਧ ਦਾ ਇਜ਼ਾਫਾ ਕੀਤਾ ਹੈ। ਕਿਸਾਨ ਅੰਦੋਲਨ ਕਰਕੇ ਟੋਲ ਪਲਾਜ਼ਾ 1 ਸਾਲ ਤੋਂ ਜਿਹੜੇ ਉਹ ਬੰਦ ਪਏ ਸੀਗੇ ਤੇ ਪੈਟਰੋਲ, ਡੀਜ਼ਲ ਤੇ ਗੈਸ ਦੇ ਰੇਟਾਂ 'ਚ ਵੀ ਜਿਹੜਾ ਆ ਵਾਧਾ। ਕੇਂਦਰ ਸਰਕਾਰ ਦਾ ਜਿਹੜਾ ਇਹ ਫੈਸਲਾ ਆਮ ਲੋਕਾਂ ਤੇ ਮਹਿੰਗਾਈ ਦੀ ਜਿਹੜੀ ਆ ਉਹ ਮਾਰ ਹੈ ਤੇ ਜਿਹੜਾ ਆ ਆਮ ਲੋਕਾਂ ਦਾ ਜਿਹੜਾ ਘਾਣ ਕਰਨ ਦੇ ਵੱਲ ਜਿਹੜਾ ਆ ਇਹ ਸਮਾਂ ਵੱਧ ਰਿਹਾ ਜੀ। ਤੇ ਵਧੀਆਂ ਜੋ ਦਰਾਂ ਨੇ ਉਹ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਜੀ। ਤੇ ਨੋਟੀਫਿਕੇਸ਼ਨ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਵਾਧਾ 10 ਰੁਪਏ ਤੋਂ 65 ਰੁਪਏ ਹੈ ਤੇ ਪ੍ਰਤੀਸ਼ਤ ਵਿੱਚ ਇਹ ਵਾਧਾ 10 ਤੋਂ 18% ਤੱਕ ਹੈ। ਤੇ ਛੋਟੇ ਵਾਹਨਾਂ ਲਈ ਘੱਟੋ ਘੱਟ ਇੱਕ ਤਰਫਾ ਟੋਲ ਦਰ 10 ਰੁਪਏ ਹੈ, ਜਦੋਂ ਕਿ ਵਪਾਰਕ ਵਾਹਨਾਂ ਨੂੰ ਦੂਰੀ ਦੇ ਆਧਾਰ ਤੇ ਵੱਧ ਤੋਂ ਵੱਧ 65 ਰੁਪਏ ਦਾ ਟੋਲ ਦੇਣਾ ਪਵੇਗਾ। ਬਿਲਕੁਲ ਜੀ। ਜੀ ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਹੈਲੋ, ਗੁੱਡ ਡੇ ਤੇ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹਾਦਰ ਸਿੰਘ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਅੱਜ ਵੀ ਆ ਪ੍ਰੋਗਰਾਮ ਬਹੁਤ ਵਧੀਆ ਕੀਤਾ, ਬਹੁਤ ਜਾਣਦੀ ਹੈ ਨਾ। ਜੀ ਸ਼ੁਕਰੀਆ। ਤੇ ਜਿਹੜਾ ਕਹਿੰਦਾ ਖਾਲਸੇ ਦੀ ਗੱਲ ਕਰਦੇ ਆ, ਰਾਜ ਕਰੇਗਾ ਖਾਲਸਾ, ਹੈ ਨਾ। ਉਹ ਖਾਲਸਾ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਹੈ, ਉਹ ਕਹਿੰਦੇ ਖਾਲਸਾ ਮੇਰਾ ਰੂਪ ਹੈ, ਖਾਲਸਾ ਮੇਰੀ ਜਾਨ ਕੀ ਜਾਨ। ਜਦੋਂ ਆਪਾਂ ਉਹ ਬਣ ਗਏ ਫਿਰ ਉਹ ਰਾਜ ਹੋਊਗਾ। ਉਹ ਜਿਹੜਾ ਉਹ ਰਾਜ ਹੈ ਉਹ ਬੰਦਾ ਸਿੰਘ ਬਹਾਦਰ ਨੇ ਚਾਲੂ ਕੀਤਾ ਸੀਗਾ। ਵੈਸੇ ਮੈਂ ਇੰਨਾ ਦੱਸਣਾ ਚਾਹੁੰਦਾ ਕਿਉਂਕਿ ਆਪਾਂ ਨੂੰ ਪਤਾ ਨਹੀਂ, ਅਵੇਅਰ ਹੋਣਾ ਪਤਾ ਨਹੀਂ। ਤੁਹਾਨੂੰ ਪਤਾ ਜਦੋਂ ਉਹਨਾਂ ਦੇ ਮੁਗਲਾਂ ਦੇ ਰਾਜ ਵੇਲੇ ਕਹਿੰਦਾ ਮਿਸ਼ਨਰੀ ਜਾਂਦੇ ਹੁੰਦੇ ਸੀ ਗੋਰਿਆਂ ਦੇ, ਇੱਥੇ ਇੰਗਲੈਂਡ ਤੋਂ ਗਿਆ ਹੋਇਆ ਸੀਗਾ ਬੰਦਾ, ਤੇ ਇੱਕ ਹਿਸਟੋਰੀਅਨ ਹੈ ਨਿਊਜ਼ੀਲੈਂਡ ਦੀ ਹੈ, ਬਹੁਤ ਪ੍ਰੋਮੀਨੈਂਟ ਹੈ, ਉਹਨੇ ਅਫਗਾਨਿਸਤਾਨ ਬਾਰੇ ਬਾਹਲਾ ਲਿਖਿਆ, ਸਿੱਖਾਂ ਬਾਰੇ ਵੀ ਉਹਨੇ ਲਿਖਿਆ ਹੈ ਨਾ। ਤੇ ਉਹਨੇ ਉਹ ਬੰਦਾ ਜਿਹੜਾ ਕਿ ਉਹਨੇ ਡਿਸਕ੍ਰਾਈਬ ਕੀਤਾ ਜਦੋਂ ਦਿੱਲੀ ਗਏ ਹੋਏ ਸੀ ਕਿ ਨਾ, ਜਦੋਂ ਆਪਣੇ ਬੰਦਾ ਸਿੰਘ ਬਹਾਦਰ ਤੇ ਹੋਰ ਸਿੱਖਾਂ ਦੇ ਕਤਲ ਕੀਤੀ ਹੈ, ਉਹਨੇ ਰਾਈਟ ਕਰਕੇ ਇੱਥੇ ਭੇਜਿਆ ਸੀ ਕਿਉਂਕਿ ਉੱਥੇ ਜਦੋਂ ਉਹਨਾਂ ਦਾ ਉਦੋਂ ਕਾਨੂੰਨ ਇਹਨਾਂ ਗੋਰਿਆਂ ਦਾ ਹੁੰਦਾ ਸੀਗਾ, ਹਾਲੇ ਉਹਨਾਂ ਰਾਜ ਤਾਂ ਇਹਨਾਂ ਦਾ ਹੈ ਨਹੀਂ ਸੀਗਾ, ਤੇ ਉਹਨਾਂ ਦਾ ਪਹਿਲਾਂ ਹੁੰਦਾ ਵੀ ਇਹਨਾਂ ਨੂੰ ਜਿਹੜੇ ਇੱਥੇ ਜਿਹੜੇ ਰੋਏ ਰੱਖਣ ਉੱਥੇ ਪਹਿਲਾਂ ਪਹੁੰਚਣਾ। ਇਹਨਾਂ ਨੇ ਫਿਰ ਗਾਹਾਂ ਜਿਹੜੇ ਉਹਨੇ ਕਹਿੰਦਾ ਰਾਈਟ ਅਪ ਭੇਜੀ ਸੀਗੀ, ਇਹਨਾਂ ਨੇ ਦੱਸਣ ਨਹੀਂ ਦੱਸੀ, ਕਹਿੰਦੇ ਵੀ ਇਹ ਜਿਹਾ ਧਰਮ ਹੈ ਵੀ ਆਪਾਂ ਤੋਂ ਆਏ, ਆਪਦੇ ਆਪ ਤੋਂ ਵੱਡਾ ਕਿਸੇ ਨੂੰ ਬਣਾਉਣਾ ਚਾਹੁੰਦੇ ਨਹੀਂ ਹੁੰਦੇ ਸੀਗੇ। ਤੇ ਉਹਨੇ ਕਾਫੀ ਡਿਸਕ੍ਰਾਈਬ ਕੀਤਾ ਹੈ ਨਾ ਜੀ। ਤੇ ਉਹ ਕਹਿੰਦਾ ਵੀ ਇਹੋ ਜਿਹੇ ਲੋਕ ਨੇ ਜਿਵੇਂ ਬੰਦ ਕਟਾਏ, ਖੋਪੜੀਆਂ ਲਹਾਈਆਂ, ਚਰਖਿਆਂ ਦੇ ਚੜੇ, ਸਾਰਾ ਕੁਝ ਉਹਨੇ ਸਾਰਾ ਡਿਸਕ੍ਰਾਈਬ ਕੀਤਾ ਹੈ ਪ੍ਰੋਪਰਲੀ। ਆਪਾਂ ਨੂੰ ਇਹੋ ਜਿਹਾ ਸਿੱਖਣਾ ਚਾਹੀਦਾ। ਜਿਹੜਾ ਤੁਸੀਂ ਟੌਪਿਕ ਕੀਤਾ ਹੈ ਨਾ ਜੀ, ਹੁਣ ਜਿੰਨੇ ਆਪਣੇ ਸੁਣ ਰਹੇ ਆ ਆਪਦੇ ਜਵਾਕਾਂ ਨੂੰ ਵੀ ਦੱਸੋ, ਫੈਮਲੀਆਂ ਨੂੰ ਦੱਸੋ, ਤੇ ਗਾਹਾਂ ਪਾਸ ਔਨ ਮੈਸੇਜ ਕਰੋ। ਤੇ ਬਹਾਦਰ ਸਿੰਘ ਜੀ ਮੈਂ ਇੱਕ ਗੱਲ ਹੋਰ ਨਾਲ ਕਹਿਣੀ ਚਾਹਾਂਗਾ ਕਿ ਜਿਵੇਂ 16 ਅਪ੍ਰੈਲ ਜਿਹੜਾ ਆ 1999 ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਪਾਨ ਕਰਵਾ ਕੇ ਜਿਹੜਾ ਆ ਸਿੰਘ ਸਜਾਇਆ, ਪਹਿਲਾਂ ਮਤਲਬ ਸਿੰਘ ਸਜਾਏ ਤੇ ਉਸ ਤੋਂ ਬਾਅਦ 'ਚ ਉਹਨਾਂ ਤੋਂ ਅੰਮ੍ਰਿਤ ਛਕਿਆ। ਆਪੇ ਗੁਰੂ ਆਪਾਂ ਚੇਲਾ ਵਾਲੀ ਜਿਹੜੀ ਆ ਉਹ ਰੀਤ ਜਿਹੜੀ ਆ ਉਹ ਜੱਗ ਦੇ ਸਾਹਮਣੇ ਕੀਤੀ। ਤੇ ਹਰ ਸਾਲ ਅਸੀਂ ਜਿਹੜਾ ਆ ਵਿਸਾਖੀ ਵਾਲੇ ਦਿਨ ਜਿਹੜਾ ਆ ਅੰਮ੍ਰਿਤ ਛਕਦੇ ਆ। ਤੇ ਸਿੰਘਾਂ ਦਾ ਜਿਹੜਾ ਆ ਅਸੀਂ ਅੰਗਰੇਜ਼ੀ ਦੇ ਵਿੱਚ ਕਹੀਏ ਤਾਂ ਹੈਪੀ ਬਰਥਡੇ ਵੀ ਹੁੰਦਾ ਆ। ਤੇ ਇਹ ਸਾਲ ਬਾਅਦ ਜਿਹੜਾ ਰੰਗ ਫਿੱਕਾ ਪੈਂਦਾ ਜਾਂਦਾ ਆ ਜੀ। ਸਾਡੇ ਵਿੱਚ ਸਾਨੂੰ ਯਾਦ ਕਰਾਉਣਾ ਪਏਗਾ ਕਿ ਹਾਂ ਅਸੀਂ ਸਿੱਖ ਹੈ, ਕਿ ਜਿਸ ਤਰ੍ਹਾਂ ਨਾ ਕੋਈ ਛੋਟੇ ਬੱਚੇ ਨੂੰ ਯਾਦ ਕਰਾਇਆ ਜਾਂਦਾ ਕਿ ਬੱਚਾ ਸਵੇਰੇ ਉੱਠ ਜਾ, ਤੂੰ ਸਕੂਲ ਜਾਣਾ ਹੈ, ਤੇਰਾ ਇਹ ਕੰਮ ਪੈਂਡਿੰਗ ਪਿਆ, ਤੇਰਾ ਇਹ ਕੰਮ ਪੈਂਡਿੰਗ ਪਿਆ, ਕਿ ਇਸ ਤਰ੍ਹਾਂ ਕਿਉਂ ਆਪਣਾ ਉਹੀ ਬਣ ਗਿਆ, ਨੋਰਮੈਲਿਟੀ ਬਣਾ ਲਿਆ ਆਪਾਂ ਮੇਰੇ ਹਿਸਾਬ ਨਾਲ, ਹੈ ਨਾ ਜੀ। ਆਪਾਂ ਭੁੱਲ ਗਏ ਜਿਹੜੇ ਪਹਿਲੇ ਲੋਕ ਸੀਗੇ ਨਾ, ਜਦੋਂ ਆਪਾਂ ਹੁਣ ਆਪਾਂ ਅੰਮ੍ਰਿਤ ਛਕਿਆ, ਉਹਦਾ ਇੱਥੇ ਦੇਖੋ ਮੈਂ ਕਹਿੰਦਾ ਆਪਾਂ ਕਹਿੰਦਾ ਮੈਂ ਇੱਥੇ ਅੰਮ੍ਰਿਤ ਛਕਿਆ ਕੰਮ, ਉਹਨੇ ਪਹਿਲਾਂ ਸਮਝਾਇਆ ਆਪਾਂ ਪੰਜਾਂ ਪਿਆਰਿਆਂ ਨੇ ਵੀ ਇਹਦਾ ਮਤਲਬ ਕੀ ਹੈ, ਵੀ ਕੀ ਕਰਨਾ ਕੀ ਨਹੀਂ। ਉਹਨਾਂ ਨੇ ਇਨਫੋਰਸ ਨਹੀਂ ਕੀਤਾ, ਹੈ ਨਾ। ਤੇ ਮੈਂ ਤਾਂ ਜਾਣਦੀ ਦੱਸਦਾ। ਤੇ ਅੱਜ ਕੱਲ ਕਹਿੰਦਾ ਆਪਾਂ ਅੰਮ੍ਰਿਤ ਛਕੀ ਜਾ ਰਹੇ ਹਾਂ, ਨਿਸ਼ਾਨ ਸਾਹਿਬ ਦੇ ਝੰਡੇ ਚੜਾ ਰਹੇ ਹਾਂ, ਆਪਾਂ ਭੁੱਲ ਗਏ ਵੀ ਆਪਾਂ ਕਾਹਦੇ ਛਕ ਰਹੇ ਹਾਂ। ਵਧੀ ਜਾਂਦੀ ਹੈ ਜੀ, ਕੁਆਲਿਟੀ ਘਟੀ ਜਾਂਦੀ ਹੈ ਜੀ। ਹਾਂਜੀ ਬਿਲਕੁਲ, ਆਪਾਂ ਚੇਤੇ ਕਰਾਉਂਦੇ ਰਹਿੰਦੇ ਆ ਇਹ ਜਿਹੀਆਂ ਗੱਲਾਂ। ਤੇ ਆਪਾਂ ਕਹਿੰਦਾ ਇੱਕ ਜਵਾਕਾਂ ਨੂੰ ਮੈਂ ਕਈ ਕਰਦਾ ਉਹਨਾਂ ਬਈ ਨਹੀਂ ਬਈ ਆਪਾਂ ਕਿਰਪਾਨਾਂ ਕੱਢ ਕੇ ਨਹੀਂ ਕਰਨੇ। ਆਪਾਂ ਜਦੋਂ ਆਪਾਂ ਕਿਰਪਾਨ ਕਹਿੰਦਾ ਹੱਥ ਹੀ ਲਾ ਲਿਆ, ਲੋਕਾਂ ਨੂੰ ਪਤਾ ਲੱਗ ਜਾਂਦਾ, ਰਿਸਪੈਕਟ ਹੋ ਕੇ ਨਾ ਫਿਰ ਭੁੱਲ ਇਹ ਜੀ ਰਿਸਪੈਕਟ ਆਪਾਂ ਲੂਜ਼ ਹੋਣ ਲੱਗ ਜਾਂਦੀ ਹੈ ਨਾ ਜੀ। ਤੇ ਹਾਂਜੀ ਬਸ ਬਈ ਤੁਹਾਡੇ ਦੋਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਬਹਾਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਸ਼ਮੂਲੀਅਤ ਕੀਤੀ ਹੈ। ਤੇ ਆਓ ਅਸੀਂ ਗੱਲਬਾਤ ਕਰਦੇ ਤੇ ਜਿਹੜੀ ਆ ਸਾਡੀ ਕਾਲ ਹੈ ਜੀ। ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਬੇਅੰਤ ਸਿੰਘ ਬੋਲਿਆ ਸਲਾਹ ਤੋਂ ਜੀ। ਸਤਿ ਸ੍ਰੀ ਅਕਾਲ ਜੀ। ਅੱਛਾ, ਇਹ ਦੋ ਤਿੰਨ ਗੱਲਾਂ ਮੈਂ ਤੋਂ ਪੁੱਛਣੀਆਂ। ਇੱਕ ਤਾਂ ਜਦੋਂ ਬੰਦਾ ਬਹਾਦਰ ਸਿੰਘ ਦੀ ਬੰਦਿਆਂ ਦੀ ਸ਼ਹੀਦੀ ਹੋ ਰਹੀ ਸੀਗੀ, ਉਦੋਂ ਜਿਹੜਾ ਇਹ 12 ਸਾਲ ਦਾ 18 ਸਾਲ ਦਾ ਜੰਗੀ ਸੀ, ਇਹ ਉਸ ਵੇਲੇ ਕਹਿੰਦੇ ਆ ਵੀ ਉੱਥੇ ਦੋ ਗੋਰੇ ਸੀ ਜਿਨ੍ਹਾਂ ਨੇ ਚਿੱਠੀ ਲਿਖੀ ਬੰਗਾਲ ਦੇ ਗਵਰਨਰ ਨੂੰ। ਉਹ ਚਿੱਠੀ ਮੈਂ ਜਿਹੜਾ ਸੁਣਿਆ ਪ੍ਰਚਾਰਕਾਂ ਤੋਂ ਹੀ ਪਈ ਇਹ ਸੀ ਵੀ ਉਹ ਚਿੱਠੀ ਉਸਨੇ ਗਵਰਨਰ ਨੇ ਫਿਰ ਇੱਥੇ ਇੰਗਲੈਂਡ ਭੇਜੀ, ਜਿਹੜੀ ਕਿ ਚਿੱਠੀ ਹਾਲੇ ਵੀ ਲਾਇਬ੍ਰੇਰੀ 'ਚ ਕਿਤੇ ਪਈ ਆ। ਇਹਦੇ ਬਾਰੇ ਤੁਸੀਂ ਦੇਖਿਓ ਤੇ ਪਤਾ ਕਰਿਓ। ਮੈਂ ਇਹ ਸੁਣੀ ਆ ਗੱਲ। ਠੀਕ ਹੈ ਜੀ, ਜ਼ਰੂਰ ਜੀ, ਜ਼ਰੂਰ ਜੀ। ਅੱਛਾ, ਦੂਸਰੀ ਗੱਲ ਇਹ ਹੈਗੀ ਆ ਵੀ ਉਹ ਜਿਹੜੀ ਆਪਾਂ ਗੱਲ ਕੀਤੀ ਸੀ ਨਾ ਆਪਣੇ ਨੰਦ ਲਾਲ ਬਾਰੇ, ਗਊ ਮੂਤਰ ਨਾਲ, ਉਹ ਦੇਖੋ ਗੱਲ ਇਹ ਆ ਵੀ ਨੰਦ ਲਾਲ ਨੇ ਮਹਾਰਾਜ 10ਵੇਂ ਪਾਤਸ਼ਾਹ ਦੇ ਬਾਰੇ ਇੰਨਾ ਕੁਛ ਲਿਖਿਆ, ਹੱਥ ਲਾਈ ਪਈ। ਬਿਲਕੁਲ ਜੀ, ਬਿਲਕੁਲ ਜੀ, ਤੁਹਾਨੂੰ ਪਤਾ ਹੈ ਨਾ। ਇਸ ਕਰਕੇ ਮੈਂ
ਇਹ ਕਹਿਣਾ ਵੀ ਕਈ ਲਿਖਾਰੀ ਇਹੋ ਜਿਹੇ ਆ ਜਿਹੜੇ ਆਪਣੇ ਠੀਕ ਹੈ ਜੀ, ਠੀਕ ਹੈ ਜੀ, ਇਤਿਹਾਸ ਨੂੰ ਖਰਾਬ ਕਰ ਰਹੇ ਆ। ਹਾਂਜੀ ਹਾਂਜੀ ਹਾਂਜੀ। ਤੇ ਸਰ ਹਾਂਜੀ ਮੈਂ ਇਹ ਵੀ ਕਹਿਣਾ ਚਾਹਾਂਗਾ ਸੰਗਤ ਨੂੰ ਵੀ ਮੈਂ ਉਸ ਵੇਲੇ ਜਿਹੜੀ ਇਹ ਗੱਲ ਕਹੀ ਸੀ ਕਿ ਜਿਹੜੇ ਕੁਝ ਲਿਖਾਰੀ ਇਸ ਤਰ੍ਹਾਂ ਦਾ ਜਿਹੜਾ ਆ ਉਹ ਲਿਖਦੇ ਨੇ ਕਿ ਸ਼ਾਇਦ ਹੋ ਸਕਦਾ ਕਿ ਜਿਹੜਾ ਆ ਕੁਝ ਕੁ ਜਿਹੜੇ ਆ ਇਤਿਹਾਸਕਾਰ ਨਾ ਮਿਲਦੇ ਜੁਲਦੇ ਹੋਣ, ਪਰ ਇੱਦਾਂ ਦੇ ਜਿਹੜਾ ਆ ਇਤਿਹਾਸ ਤੋਂ ਸਾਨੂੰ ਥੋੜ੍ਹਾ ਜਿਹਾ ਮੁੱਖ ਮੋੜਨਾ ਚਾਹੀਦਾ ਹੈ ਤੇ ਕੁਝ ਦਾ ਇੱਦਾਂ ਦਾ ਮੰਨਣਾ ਆ। ਹਾਂਜੀ ਬਿਲਕੁਲ ਮੰਨਣਾ ਇਸ ਤਰ੍ਹਾਂ ਦਾ ਤੋਂ ਆਪਾਂ ਨੂੰ ਬਚਣਾ ਚਾਹੀਦਾ। ਬਿਲਕੁਲ ਜੀ ਬਿਲਕੁਲ, ਕਿਉਂਕਿ ਆਪਣਾ ਇਤਿਹਾਸ ਠੀਕ ਹੈ ਜੀ ਸਰ, ਬੁਰੀ ਤਰ੍ਹਾਂ ਨਾਲ ਖਰਾਬ ਕਰ ਰਹੇ ਆ ਵਿੱਚ ਕਾਲਾ ਮਾਲਾ ਕਰਕੇ। ਠੀਕ ਹੈ ਜੀ ਸਰ, ਸਾਡੇ ਜਿਹੜਾ ਸ਼ੋਅ ਦਾ ਸਮਾਂ ਵੀ ਸੀਮਤ ਹੈ ਜੀ ਤੇ ਜਿਹੜਾ ਸਮਾਪਤੀ ਵੱਲ ਵੱਧ ਰਿਹਾ ਜੀ। ਤੇ ਤੁਹਾਡਾ ਕਾਲ ਬਹੁਤ ਮਿਹਰਬਾਨੀ। ਠੀਕ ਹੈ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਗੱਲਾਂ ਬਾਤਾਂ ਕਰਦੇ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਕਿ ਜਿਹੜਾ ਆ ਕਿਸ ਸਮੇਂ ਜਿਹੜਾ ਆ ਹੋਗਾ। ਤੇ ਹੁਣ ਸਾਨੂੰ ਦਿਓ ਇਜਾਜ਼ਤ, ਨਵੇਂ ਪ੍ਰੋਗਰਾਮ ਵਾਸਤੇ ਫਿਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।